ਕੈਨੇਡਾ ਅਮਰੀਕਾ ਤੇ ਭਾਰਤ ਦੇ ਸਾਰੇ ਦਰਸ਼ਕਾਂ ਦਾ ਤਿਰਛੀ ਨਜ਼ਰ ਸਵਾਗਤ ਹੈ। ਇਹ ਤਿਰਛੀ ਨਜ਼ਰ ਟਾਕ ਸ਼ੋਅ ਸਾਂਝਾ ਟੀਵੀ ਕੈਨੇਡਾ ਤੇ babushai.com ਦੀ ਸਾਂਝੀ ਪੇਸ਼ਕਸ਼ ਹੈ। ਮੇਰਾ ਇੱਕ ਖੁਸ਼ਨਸੀਬੀ ਕਹਿ ਲਓ ਜਾਂ ਸਬੱਬ ਕਹਿ ਲਓ ਕਿ 2009 ਦੇ ਵਿੱਚ ਜਦੋਂ ਮੈਂ ਪਹਿਲਾ ਆਪਣਾ ਟੀਵੀ ਟਾਕ ਸ਼ੋਅ PTC ਵਾਸਤੇ ਸ਼ੁਰੂ ਕੀਤਾ ਸੀ ਤਾਂ ਸਭ ਤੋਂ ਪਹਿਲਾ ਜਿਹੜਾ ਐਪੀਸੋਡ ਸੀ ਤਿਰਛੀ ਨਜ਼ਰ ਦਾ ਉਹ ਨਵਜੋਤ ਸਿੱਧੂ ਹੋਰਾਂ ਨਾਲ ਸੀ। 28 ਨਵੰਬਰ 2009 ਨੂੰ ਉਹ ਟੈਲੀਕਾਸਟ ਹੋਇਆ ਸੀ। ਅਤੇ ਅੱਜ ਹੁਣ ਜਦੋਂ ਕਿਸੇ ਐਡੇ ਵੱਡੇ TV ਚੈਨਲ ਲਈ ਮੈਂ ਤਿਰਛੀ ਨਜ਼ਰ ਪ੍ਰੋਗਰਾਮ ਸ਼ੁਰੂ ਕਰ ਰਿਹਾ ਤਾਂ ਸਬੱਬ ਇਹ ਮਿਲਿਆ ਕਿ ਅੱਜ ਵੀ ਫਿਰ ਨਵਜੋਤ ਸਿੱਧੂ ਹੋਰੀ ਸਾਡੇ ਨਾਲ ਨੇ ਔਰ ਨਵਜੋਤ ਸਿੱਧੂ ਹੋਰਾਂ ਨਾਲ ਹੀ ਅਸੀਂ ਅੱਜ ਰੂਬਰੂ ਹੋਵਾਂਗੇ। ਸਿੱਧੂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਬਲੀ ਭਾਈ। ਇਹਦਾ ਮਤਲਬ ਮੈਂ ਲੱਕੀ ਮੈਸਕੌਟ ਹਾਂ ਤੁਹਾਡਾ। ਮੈਂ ਵੀ ਲੱਕੀ ਆ, ਤੁਸੀਂ ਵੀ ਲੱਕੀ ਬਿਲਕੁਲ ਲੱਕੀ ਜੀ। ਉਹ ਪ੍ਰੋਗਰਾਮ ਬਹੁਤ ਹਿੱਟ ਹੋਇਆ ਸੀ, ਤੁਹਾਨੂੰ ਪਤਾ ਤਿਰਛੀ ਨਜ਼ਰ ਪ੍ਰੋਗਰਾਮ ਕਿੰਨਾ, ਅਤੇ ਸਭ ਤੋਂ ਪਹਿਲਾਂ ਤੁਹਾਡਾ ਸੀ। ਮੈਂ ਬਾਇਓਲੋਜੀ ਪੜ੍ਹਦਾ ਹੁੰਦਾ ਸੀ, ਉਹਦੇ 'ਚ ਮਿਊਚੁਅਲ ਸਿੰਬਾਇਸਿਸ ਹੁੰਦੀ ਹੈ। ਉਹਦਾ ਮਤਲਬ ਹੁੰਦਾ ਹੈ ਕਿ ਦੋਨਾਂ ਨੂੰ ਤਰੱਕੀ ਮਿਲਦੀ ਹੈ ਚੀਜ਼ ਕਰਕੇ। ਫਿਰ ਇਹ ਤੇ ਵਿਨ-ਵਿਨ ਸਿਚੁਏਸ਼ਨ ਹੈ ਬਲੀ ਭਾਜੀ। ਕਰੀਏ ਸ਼ੁਰੂ। ਤੁਸੀਂ NRI ਦੀ ਗੱਲ ਕੀਤੀ ਹੈ ਨਾ, ਭਰੋਸਾ ਜਿਹੜਾ ਜਿੱਤਣਾ ਉਹਨਾਂ ਦਾ ਬਹੁਤ ਜ਼ਰੂਰੀ ਹੈ ਅਤੇ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਜਿਹੜਾ ਹੈ ਨਾ ਉਹ ਹੈਗਾ। ਉਹਦੀ ਵੀ ਗੱਲ ਨਹੀਂ ਹੈ, ਅਸੀਂ ਉਹਨਾਂ ਨੂੰ ਫੈਸਿਲੀਟੇਟ ਨਹੀਂ ਕਰ ਸਕੇ ਜੀ। ਅਸੀਂ ਕਈ ਵਾਰ ਪਿਛਲੀਆਂ ਸਰਕਾਰਾਂ ਨੇ ਉਹਨਾਂ ਦੀਆਂ ਪਿੱਠਾਂ 'ਚ ਛੁਰੇ ਮਾਰੇ ਆ। ਉਹ ਵਿਸ਼ਵਾਸ ਕਰਕੇ ਆਏ, ਉਹ ਵਤਨ ਪਰਤੇ, ਵਤਨ ਨਾਲ ਜੁੜੇ ਹੋਏ, ਅਤੇ ਉਹਨਾਂ ਦੀਆਂ ਜ਼ਮੀਨਾਂ ਜਦੋਂ ਦੱਬੀਆਂ ਜਾਣ ਕੋਈ ਅੱਖ ਇਹ ਰੱਖੇ ਗਿਲਜਾਂ ਵਾਂਗੂ ਕਿ ਭਾਈ ਇੱਥੇ ਫਲਾਨਾ NRI ਰਹਿੰਦਾ, ਉਹ ਤਾਂ ਬਾਹਰ ਗਿਆ ਹੋਇਆ, ਜ਼ਮੀਨ ਖਾਲੀ ਹੈ, ਦੱਬ ਲਓ। ਅਤੇ ਫਿਰ ਕੀ ਹੈ, ਲਾਹਨਤ ਹੈ ਮੈਂ ਕਹਿੰਦਾ ਇਹੋ ਜਿਹੀਆਂ ਸਰਕਾਰਾਂ ਦੇ ਉੱਤੇ। ਕਾਹਦੀ ਰਹਿ ਗਈ ਸਰਕਾਰ ਕਾਹਦਾ ਰਹਿ ਗਿਆ ਸਰਕਾਰ ਦਾ ਕਿਰਦਾਰ। ਮੈਂ ਇਹ ਕਹਿੰਦਾ ਭਾਜੀ ਕਿ ਜਿਹੜਾ NRI ਵੀਰ ਇੱਥੋਂ ਮਜਬੂਰੀ 'ਚ ਗਿਆ ਇਨ ਸਰਚ ਆਫ ਗ੍ਰੀਨਰ ਪਾਸਚਰਸ, ਉਹਦਾ ਸਰੀਰ ਭਾਵੇਂ ਉੱਥੇ ਹੋਵੇ ਲੇਕਿਨ ਉਹਦੀ ਜਿਹੜੀ ਰੂਹ ਹੈ ਨਾ ਉਹ ਇੱਥੇ ਪੰਜਾਬ ਦੀਆਂ ਗਲੀਆਂ ਮੁਹੱਲਿਆਂ ਦੇ ਵਿੱਚ ਹੈ, ਕਿਉਂਕਿ ਉਹਨੇ ਉਹਦਾ ਬਚਪਨ ਗੁਜ਼ਾਰਿਆ ਔਰ ਉਹੀ ਜਨਰੇਸ਼ਨ ਹੈ ਜਿਹਨੂੰ ਅਸੀਂ ਪੜ੍ਹਨਾ। ਤੁਸੀਂ ਦੇਖੋ, ਮੈਂ 2 ਦਿਨ ਬਾਹਰ ਜਾਂਦਾ ਸੀਗਾ ਅਤੇ ਮੈਨੂੰ 30ਵੇਂ ਦਿਨ ਆਪਣੀ ਮਾਂ ਆਪਣਾ ਮੁਹੱਲਾ, ਮੈਂ 36 ਸਾਲ ਪਟਿਆਲਾ ਛੱਡਿਆ ਹੀ ਨਹੀਂ। ਤੁਸੀਂ ਸਮਝੋ ਗੱਲ ਨੂੰ, ਸਮਝੋ। ਇਸ ਕਰਕੇ ਅਸੀਂ ਉਹਨਾਂ ਦਾ ਟਰਸਟ ਜਿੱਤਣਾ, ਉਹਨਾਂ ਨੂੰ ਜਦੋਂ ਇਹ ਵਿਸ਼ਵਾਸ ਹੋ ਜੇ, ਪੈਸੇ ਉਹਨਾਂ ਕੋਲ ਨੇ, ਸੰਪੰਨ ਨੇ ਔਰ ਕਈ ਤਾਂ ਬਹੁਤ ਵੱਡੇ ਇਨਸਾਨ ਹੋ ਗਏ ਆ ਉੱਥੇ, ਔਰ ਉਹ ਹਿੰਦੁਸਤਾਨੀ ਸੀਗੇ, ਪੰਜਾਬੀ ਸੀਗੇ, ਲੇਕਿਨ ਅੱਜ ਉਹ ਉਹਨਾਂ ਮੁਲਕਾਂ ਦੇ ਵਿੱਚ ਇੰਨੇ ਵੱਡੇ ਲੋਕ ਜਿਹੜੇ ਪਿੰਡਾਂ 'ਚ ਇੱਥੇ ਹੁਣ ਕੀਤਾ NRI ਨੇ ਉਹਨਾਂ ਪਿੰਡਾਂ ਉਹਨੂੰ ਹਰ ਬਦਲ। ਜੇ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਬਣਾਉਣਾ ਹੈ, ਜੇ ਉਸ ਪੰਜਾਬ ਦੀ ਉਸਾਰੀ, ਦੇਖੋ ਹਰੇਕ ਦਾ ਸੁਪਨਾ ਹੁੰਦਾ ਹੈ। ਆਈ ਆਲਸੋ ਹੈਵ ਅ ਡਰੀਮ। ਮੇਰਾ ਡਰੀਮ ਇਹ ਹੈ ਔਰ ਉਹਦੇ 'ਚ ਮੈਨੂੰ ਕੁਛ ਨਹੀਂ ਚਾਹੀਦਾ ਬਦਲੇ 'ਚ। ਮੈਂ 45 ਸਾਲ ਦੀ ਉਮਰ ਤੱਕ ਸਭ ਹਾਸਲ ਕਰ ਲਿਆ ਸੀ। ਮੈਂ 5 ਵਾਰ ਦਾ MP ਹੋ ਗਿਆ ਸੀਗਾ, 20 ਸਾਲ ਕ੍ਰਿਕਟ ਖੇਡ ਲਈ ਸੀ, ਟੈਲੀਵਿਜ਼ਨ 'ਤੇ ਰਾਜ ਕਰ ਲਿਆ ਸੀ ਔਰ ਟੈਲੀਵਿਜ਼ਨ ਮਰਸੀਲੈਸ ਹੈ, 19 ਦਾ 20 ਨਹੀਂ ਕੋਈ ਕਰ ਸਕਦਾ। ਪੋਲੀਟਿਕਸ ਦਾ 5 ਦਾ 50 ਹੋ ਜਾਂਦਾ ਨਾ ਜੇ ਗੋਡਫਾਦਰ ਹੋਵੇ। ਉਹ ਸਭ ਕੁਝ ਕਰ ਲਿਆ, ਹਿਮਾਲਿਆ ਦੇ ਉੱਤੇ ਚੜ੍ਹ ਕੇ ਦੇਖ ਲਿਆ ਸੀ ਵੀ ਹੁਣ ਇਹਦੂ ਉੱਤੇ ਕਿੱਥੇ। 2 ਲੱਖ ਨਾਲ ਸ਼ੁਰੂ ਹੋਇਆ ਸੀ ਮੈਂ ਕਮੈਂਟਰੀ ਦਾ, ਇੱਕ ਦਿਨ 25 ਲੱਖ 'ਤੇ ਖਤਮ ਕੀਤੀ, ਸਮਝ ਨਹੀਂ। ਲੇਕਿਨ ਉਹ ਹੋ ਗਿਆ। ਇੱਕੋ ਹੀ ਤਮੰਨਾ ਹੈ ਕਿ ਪੰਜਾਬ ਨੂੰ ਆਪਣੀ ਜਿਹੜੀ ਪ੍ਰਿਸਟੀਨ ਮਹਾਰਾਜਾ ਰਣਜੀਤ ਸਿੰਘ ਵਾਲੀ ਗਲੋਰੀ ਹੈ, ਮੈਂ ਕਦੇ ਕਦੇ ਸੋਚਦਾ ਹੁੰਦਾ ਵੀ ਕੀ ਇਹੋ ਜਿਹਾ ਸਮਾਂ ਆਊ ਵੀ ਗੋਰੇ ਕੰਬਦੇ ਹੋਣਗੇ, ਸਤਲੁਜ ਤੋਂ ਅੱਗੇ ਆਉਂਦੇ ਕੰਬਦੇ ਕੰਧਾਰ ਤੱਕ ਔਰ ਕੰਬਦੀ ਸੀ ਦੁਨੀਆ। ਔਰ ਚੀਨ ਦੇ ਉੱਤੇ ਜਾ ਕੇ ਡੰਕਾ ਬੋਲਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ। ਇੱਕ ਬੰਦਾ ਫਾਹ ਨਹੀਂ ਲਾਇਆ ਉਹਨੇ, ਲੇਕਿਨ ਉਹਦਾ ਡਰ ਕਿੰਨਾ ਸੀਗਾ, ਉਹ ਸੀ ਐਡਮਿਨਿਸਟ੍ਰੇਸ਼ਨ। ਤੋ ਜਦੋਂ ਉਹ ਰਾਜ ਵਸਾਉਣਾ ਹੈ, ਇਹ ਉਹ ਬਿਨਾਂ NRI ਵੀਰਾਂ ਦੇ ਸੰਭਵ ਨਹੀਂ ਹੈ। ਕਿਉਂਕਿ ਗਲੋਬਲ ਪੰਜਾਬ ਹੈ, ਪੂਰਾ ਪੰਜਾਬ ਵਸਦਾ ਹੀ ਸਾਰੀ ਦੁਨੀਆ ਦੇ ਵਿੱਚ ਹੈ। ਔਰ ਹੁਣ ਆਪਾਂ ਕੁਛ ਕੰਕਰੀਟ ਕੋਈ ਸਕੀਮਾਂ ਕੋਈ ਹੋਰ ਕੋਈ ਦੇਖੋ, ਮੈਂ ਇੱਕ ਗੱਲ ਕਹੀ ਸੀ CM ਸਾਹਿਬ ਨੂੰ ਪਹਿਲੇ ਦਿਨ ਤੋਂ, ਮੈਂ ਕਹੀ ਹੈ, ਅੱਜ ਵੀ ਮੈਂ ਉੱਥੇ ਹੀ ਖੜਾ ਕਿ ਇਹ ਜਿਹੜੇ ਸਿੰਗਲ ਵਿੰਡੋ ਸਿਸਟਮ ਹੈ, ਇਹ ਕਹਿਣ ਨੂੰ ਸਿੰਗਲ ਵਿੰਡੋ ਸਿਸਟਮ ਹੈ, ਇਹਦੇ ਪਿੱਛੇ 56 ਵਿੰਡੋਆਂ ਖੁੱਲ੍ਹਦੀਆਂ ਹੈ। ਮੈਂ ਇੱਕ ਮੇਰਾ ਦੋਸਤ ਸੀ, ਬਾਹਰੋਂ ਆਇਆ ਸੀ, ਅਤੇ ਉਦੋਂ ਪਿਛਲੀ ਸਰਕਾਰ ਸੀ ਅਤੇ ਸਰਦਾਰ ਸੁਖਬੀਰ ਸਿੰਘ ਹੋਣੀ ਸੀ। ਅਤੇ ਮੈਂ ਉਹਨਾਂ ਦੇ ਕੋਲ ਕਿਸੇ ਨੂੰ ਭੇਜਿਆ, ਉਹ ਇੱਕ ਜਿਹੜਾ ਸੋਲਰ ਵਾਲਾ ਉਹ ਲਾਉਣਾ ਚਾਹੁੰਦਾ ਸੀ, ਅਤੇ ਚੌਥੇ ਦਿਨ ਸਾਫਾ ਗਲ 'ਚ ਪਾ ਕੇ ਆ ਗਿਆ। ਕਹਿੰਦਾ ਬਾਈ ਜੇ 100 ਲਾਣੇ ਆ ਤਾਂ 50 ਦੇ ਪਹਿਲਾਂ ਹੀ ਮੰਗਦੇ ਆ। ਕਹਿੰਦਾ ਕਿੱਥੋਂ ਵਾਰਾ ਨਹੀਂ ਖਾਣਾ ਬਾਈ, ਇਹ ਹੋਣਾ ਨਹੀਂ। ਕਿਤੇ ਹੋਰ ਸਟੇਟ 'ਚ ਭੇਜਿਆ, ਦੂਏ ਮਿੰਟ ਸਭ ਕੁਛ ਕਲੀਅਰ ਕਰਤਾ। 4 ਲੈਂਡ ਹੋਲਡਿੰਗਸ ਦੇਤੀਆਂ, ਬਿਜਲੀ ਵਾਲਾ ਨਾਲ, ਦੂਜਾ ਨਾਲ। ਲੇਕਿਨ ਪੰਜਾਬੀ ਬਾਹਰ ਵਸਦਾ, ਉਹ ਭਾਵੇਂ ਕਿੰਨਾ ਹੀ ਦੂਰ ਹੋਵੇ, ਉਹ ਵਸਦਾ ਪੰਜਾਬ 'ਚ ਹੈ। ਉਹਨੂੰ ਲਿਆਓ ਇੱਥੇ, ਉਹਨੂੰ ਟਰਸਟ ਉਹਦਾ ਜਿੱਤ ਲਓ। ਉਹਨੂੰ ਕਹੋ ਭਾਈ ਤੂੰ ਸਾਡਾ ਵੱਡਾ ਭਰਾ ਹੈ, ਤੂੰ ਸਾਡਾ ਫੈਮਿਲੀ ਹੈ ਅਤੇ ਕਿਵੇਂ ਨਾ ਆਊ। ਮੈਨੂਫੈਕਚਰਿੰਗ ਸੈਕਟਰ ਦਾ ਫਾਇਦਾ ਦਿੱਤੇ ਹੋਏ ਖੇਤੀ ਨੂੰ ਅਸੀਂ ਖੜੇ ਨਹੀਂ ਹੋ ਸਕਦੇ ਭਾਜੀ।
Punjab cannot progress without the manufacturing sector. Agriculture will have to have additional sources of income. ਕਿੱਲਾ ਜ਼ਮੀਨ ਰਹਿ ਗਈ ਲੋਕਾਂ ਕੋਲ, 1.5 ਕਿੱਲਾ ਜ਼ਮੀਨ ਰਹਿ ਗਈ, ਲਿਆਓ ਇੱਥੇ ਕਿੰਨੀ ਜ਼ਮੀਨ ਦੱਬੀ ਪਈ ਹੈ ਲੋਕਾਂ ਨੇ, ਕੋਈ ਸ਼ਾਮਲਾਟ ਦੀ, ਕੋਈ ਗਊਚਰਾਂ ਦੀ, ਕੋਈ ਚਰਾਨ ਦੀ, ਹੈ ਕਹੋ ਆਓ ਜੀ ਆਓ ਵੈਲਕਮ ਕਰਦੇ ਹਾਂ ਤੁਹਾਡਾ। ਤੇ ਤੁਸੀਂ ਦੇਖੋ ਕੋਈ ਕਦੇ ਸੋਚਿਆ ਵੀ ਜਾ ਕੇ ਉੱਥੇ ਕੋਈ ਰਾਸਤਾ ਦੇਖੋ ਮੈਂ ਬੱਲੀ ਭਾਜੀ ਇਹ ਤੁਹਾਡਾ ਬੜਾ ਪਰਟੀਨੈਂਟ ਸਵਾਲ ਹੈ, ਮੈਨੂੰ ਬੜੇ ਲੋਕ ਬੁਲਾਉਂਦੇ ਆ, ਮੈਂ ਡਰਦਾ ਬਹੁਤ ਹਾਂ। ਇਸ ਕਰਕੇ ਡਰਦਾ ਕਿ ਕੋਈ ਉੱਥੇ $500 ਵਾਲੀ ਪਲੇਟ ਹੀ ਨਾ ਰੱਖ ਲੇ। ਅੱਗੇ ਮੈਂ ਜੋ ਕਹਾਣੀਆਂ ਸੁਣਦਾ ਹਾਂ ਕਿ ਜੀ ਉੱਥੇ ਜਿਹੜੇ ਲੀਡਰ ਹਿੰਦੁਸਤਾਨ ਤੋਂ ਜਾਂਦੇ ਆ ਉਹਨਾਂ ਦੀ ਮਕਸਦ ਹੀ ਕੁਝ ਹੋਰ ਨੇ। ਮੇਰਾ ਤਾਂ ਮਕਸਦ ਹੋਰ ਹੈ ਨਾ ਭਾਜੀ, ਮੈਂ ਤਾਂ ਉਹਨਾਂ ਨੂੰ ਸਿਰ 'ਤੇ ਬਿਠਾਉਣਾ ਚਾਹੁੰਦਾ। ਮੈਂ ਤਾਂ ਕਹਿਣਾ ਚਾਹੁੰਦਾ ਵੀ ਮੇਰੇ ਜਿਹੜੇ NRI ਵੀਰ ਨੇ ਉਹ ਮੇਰੀ ਪੱਗ ਦੇ ਲੜ ਨੇ, ਉਹ ਮੇਰੀ ਪੱਗ ਦੇ ਲੜ ਨੇ। ਮੈਂ ਤਾਂ ਉਹਨਾਂ ਨੂੰ ਇੱਜ਼ਤ ਦੇਣਾ ਚਾਹੁੰਦਾ। ਸਮਰੱਥਾ ਹੋਵੇ ਤਾਂ ਮੈਂ ਇੱਜ਼ਤ ਦੇਵਾਂ ਨਾ। ਜੇ ਮੈਂ ਉਹਨਾਂ ਨੂੰ ਕਹਿ ਆਵਾਂ, ਮੇਰੇ ਕੋਲ ਡਿਪਾਰਟਮੈਂਟ ਹੈ ਨਹੀਂ, ਜੇ ਮੈਂ ਉਹਨਾਂ ਨੂੰ ਕਹਿ ਆਵਾਂ ਫਿਰ ਮੈਂ ਉਹ ਪੂਰਾ ਨਾ ਕਰ ਸਕਾਂ ਤੇ ਮੈਂ ਰਾਤ ਨੂੰ ਆਪਣੀਆਂ ਨਜ਼ਰਾਂ 'ਚ ਗਿਰ ਜੂ। ਠੀਕ ਹੈਗਾ। ਤੇ ਮੈਨੂੰ ਚੁੱਕਣ ਵਾਲਾ ਕੌਣ ਹੋਊ? ਮੇਰੀ ਗੱਲ, ਘੋੜੇ ਤੋਂ ਗਿਰ ਕੇ ਬੰਦਾ ਉੱਠ ਸਕਦਾ, ਪਰ ਆਪਣੀਆਂ ਨਜ਼ਰਾਂ 'ਚੋਂ ਗਿਰ ਜੇ ਉਹਨੂੰ ਚੁੱਕਣ ਵਾਲਾ ਕੋਈ ਨਹੀਂ। ਮੈਂ ਸਮਝਦਾ, ਮੈਂ ਉਹਨਾਂ ਦਾ ਦਰਦ ਵੀ ਸਮਝਦਾ, ਮੈਂ ਉਹਨਾਂ ਦਾ ਪਿਆਰ ਵੀ ਸਮਝਦਾ, ਔਰ ਮੈਂ ਮੇਰੀਆਂ ਨਜ਼ਰਾਂ 'ਚੋਂ ਹੀਰੋ ਨੇ ਉਹ। ਮੈਂ ਜਿੰਨਾ ਪੰਜਾਬੀਆਂ ਨੂੰ ਪਿਆਰ ਕਰਦਾ, ਕਰਤਾਰਪੁਰ ਦੇ ਮਾਮਲੇ ਤੇ ਤੁਸੀਂ ਵੀ ਉਹਨਾਂ ਦੇ ਨਜ਼ਰਾਂ 'ਚ ਹੀਰੋ। ਦੇਖੋ ਮੈਂ ਕਰਤਾਰਪੁਰ ਦਾ ਜਿਹੜਾ ਕ੍ਰੈਡਿਟ ਹੈ ਸਾਰਾ ਉਹਨਾਂ ਦੀਆਂ ਦੁਆਵਾਂ ਨੂੰ ਦਿੰਦਾ, ਉਹਨਾਂ ਦੀਆਂ ਅਰਦਾਸਾਂ ਨੂੰ ਦਿੰਦਾ। ਅਸੀਂ ਸਾਰੇ ਮਿਲ ਕੇ ਅਰਦਾਸ ਕਰਦੇ ਆ ਨਾ, ਕੋਈ ਬੰਦਾ ਵਾਂਝਾ ਰਹਿੰਦਾ ਅਰਦਾਸ ਤੋਂ ਹੈ ਕਿ ਖੁੱਲ੍ਹੇ ਦਰਸ਼ਨ ਦਿਦਾਰੇ ਦੇ। ਇਹ ਬਾਬੇ ਦੀ ਮਿਹਰ ਹੈ, ਉਹਨਾਂ ਦੀਆਂ ਅਰਦਾਸਾਂ ਨੇ, ਸਾਡਾ ਸਾਰਿਆਂ ਦਾ ਕ੍ਰੈਡਿਟ ਹੈ ਇਹਦੇ 'ਚ। ਕੋਈ ਕਿਸੇ ਇਹ ਤਾਂ ਬਾਬੇ ਦੀ ਮਿਹਰ ਹੈ, ਉਂਗਲ ਫੜ ਕੇ ਕਿਸੇ ਨੂੰ ਅੱਗੇ ਕਰ ਦਿੰਦਾ। ਸਾਹਿਬ ਹੱਥ ਵਡਿਆਈਆਂ ਮੇਰੀ ਮਾਂ ਮੈਨੂੰ ਕਹਿੰਦੀ ਹੁੰਦੀ ਸੀ। ਔਰ ਦੇਖੋ ਸਾਡਾ ਪਰਿਵਾਰ, ਮੇਰੀ ਮਾਂ ਹਿੰਦੂ, ਮੇਰਾ ਫਾਦਰ ਸਟੌਂਚ ਸਿੱਖ। ਇਹ ਸਾਡੀ ਪੰਜਾਬ ਦੀ ਜਿਹੜੀ ਵਿਰਾਸਤ ਹੈ, ਬਾਬੇ ਨਾਨਕ ਦੀ ਜਿਹੜੀ ਫਿਲਾਸਫੀ ਹੈ, ਇਹ ਉਹਨੂੰ ਫੁੱਲ ਚਾੜਨ ਵਾਲੀ ਗੱਲ ਹੈ ਭਾਜੀ। ਉਹ ਮੈਨੂੰ ਵੇਦਾਂ 'ਚੋਂ ਕਹਾਣੀਆਂ ਸੁਣਾਉਂਦੀ ਹੁੰਦੀ ਸੀ, ਉਹ ਮੈਨੂੰ ਰਾਮਾਇਣ 'ਚੋਂ, ਮਹਾਭਾਰਤ 'ਚੋਂ। ਮੇਰਾ ਫਾਦਰ ਵੀ ਕੰਠਸਥ ਸੀ ਸੰਸਕ੍ਰਿਤ ਨੂੰ 6 ਜ਼ਬਾਨਾਂ ਜਾਣਦਾ ਸੀ। ਉਹ ਮੈਨੂੰ ਗੁਰੂ ਗ੍ਰੰਥ ਸਾਹਿਬ ਗੋਦੀ 'ਚ ਬੈਠ ਕੇ ਇੱਕ ਨੇ ਦੂਈ ਕਹਾਣੀ ਸੁਣਾਉਣੀ, ਇੱਕ ਨੇ ਦੂਈ ਕਹਾਣੀ ਸੁਣਾਉਣੀ, ਇੱਕ ਨੇ ਫਲਾਨੀ ਰਿਲੀਜ਼। ਐਂਡ ਦੇ ਵਿੱਚ ਮੇਰੀ ਮਾਂ ਮੈਨੂੰ ਰਾਤ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਲੋਰੀ ਸੁਣਾਉਂਦੀ ਹੁੰਦੀ ਸੀ। ਉਹ ਲੋਰੀ ਸੁਣੇ, ਮੈਂ ਉਸ ਲੋਰੀ ਬਿਨਾਂ ਮੈਂ ਸੁੱਤਾ ਹੀ ਨਹੀਂ। ਚਲੋ ਸਹੇਲੜੀਓ, ਅੱਜ ਵੀ ਕਦੇ ਕਦੇ ਅੱਖ ਬੰਦ ਕਰਦਾ ਮੇਰੀਆਂ ਅੱਖਾਂ ਭਰ ਜਾਂਦੀਆਂ, ਮੇਰੀ ਮਾਂ ਦੀ ਆਵਾਜ਼ ਮੇਰੇ ਕੰਨਾਂ 'ਚ ਗੂੰਜਦੀ ਹੈ, ਚਲੋ ਸਹੇਲੜੀਓ ਦੇਖਣ ਚੱਲੀਏ ਗੁਰੂ ਗੋਬਿੰਦ ਸਿੰਘ ਆਏ ਨੇ, ਨੀਲਾ ਜੋੜਾ ਚਿੱਟਾ ਘੋੜਾ ਬਾਜਾਂ ਵਾਲੇ ਆਏ। ਮੈਂ ਉਹ ਸੁਣਦਾ ਸੌਂ ਜਾਂਦਾ ਸੀ। 17 ਸਾਲ ਦੀ ਉਮਰ ਤੱਕ ਭਾਜੀ ਮੈਂ ਫਿਲਮ ਨਹੀਂ ਦੇਖੀ। ਤੁਸੀਂ ਮੰਨੋਗੇ ਨਹੀਂ, ਲੋਕ ਕਹਿੰਦੇ ਨਵਜੋਤ ਸਿੰਘ ਤੂੰ ਅੰਗਰੇਜ਼ੀ ਬੜੀ ਵਧੀਆ ਬੋਲਦਾ ਹੈ, ਤੂੰ ਪੰਜਾਬੀ ਔਰ ਤੇਰਾ 3 ਜ਼ਬਾਨਾਂ ਦੇ ਉੱਤੇ ਬੜਾ ਕੰਟਰੋਲ ਹੈ। ਮੈਨੂੰ ਪਤਾ ਬਹੁਤ ਸ਼ਰਮੀਲੇ ਜੀ ਤੁਸੀਂ। ਮੈਂ ਤੁਹਾਨੂੰ ਦੱਸਦਾ, ਮੈਨੂੰ ਸਵੇਰੇ ਉਠਾ ਕੇ 5:30 ਵਜੇ ਮੇਰਾ ਫਾਦਰ 3 ਅਖਬਾਰ ਦੇ ਦਿੰਦਾ ਹੁੰਦਾ ਸੀ। ਅਜੀਤ ਭਾਜੀ ਹਮਦਰ ਸਾਹਿਬ ਦਾ ਉਹਦਾ ਤੱਕ ਮੁਕਾਬਲਾ ਨਹੀਂ। ਅਜੀਤ, ਪੰਜਾਬ ਕੇਸਰੀ, ਉਹ ਹਿੰਦ ਸਮਾਚਾਰ ਉਰਦੂ ਦਾ ਵੀ ਆਉਂਦਾ ਹੁੰਦਾ ਸੀਗਾ, ਤੇ ਨਾਲ ਉਹਦੇ ਅੰਗਰੇਜ਼ੀ ਦਾ ਟ੍ਰਿਬਿਊਨ। ਇਹ 4 ਦੀਆਂ ਹੈਡਲਾਈਨਾਂ ਮੈਂ ਪੜ੍ਹਦਾ ਜਾਂਦਾ, ਫੇਰ ਜਾਂਦਾ ਹੁੰਦਾ ਸੀ। ਵਾਪਸ ਆ ਕੇ ਉਹਨਾਂ ਜ਼ਮਾਨਿਆਂ ਦੇ ਵਿੱਚ ਮੰਜਰੀ ਜੋਸ਼ੀ ਹੁੰਦੀ ਸੀ, ਇੱਕ ਤੇਜੇਸ਼ਵਰ ਸਿੰਘ, ਉਹਦਾ ਬਲੈਕ ਐਂਡ ਵਾਈਟ TV ਹੁੰਦਾ ਸੀ, ਤੇ ਇੱਕ ਰਕਸਾਨਾ ਸੁਲਤਾਨ ਹੁੰਦੀ ਸੀ। ਠੀਕ ਹੈ ਨਹੀਂ, ਉਹਨਾਂ ਨੂੰ 2 ਵਾਰ ਨਿਊਜ਼ ਦੇਖਣਾ ਮੈਂਡੇਟਰੀ ਹੁੰਦਾ ਸੀ। ਉਹ ਮਹਾਰਾਜ ਮੈਂ ਦੇਖ ਕੇ ਪੱਕ ਗਿਆ ਸੀ। 17 ਸਾਲ ਦੀ ਉਮਰ 'ਚ ਪਹਿਲੀ ਵਾਰ ਮੈਂ ਫਿਲਮ ਦੇਖਣ ਗਿਆ ਬੱਲੀ ਭਾਜੀ। ਹੁਣ ਅੱਜ ਦੇ ਜ਼ਮਾਨੇ, ਅੱਜ ਦੇ ਜਵਾਕ ਤਾਂ ਤੁਸੀਂ ਦੇਖੋ ਜੰਮਦੇ ਹੀ ਇੰਟਰਨੈਟ ਦੇ ਉੱਤੇ। 15 ਸਾਲ ਦੀ ਕੁੜੀ 20 25 ਸਾਲ ਵਾਲੀਆਂ ਗੱਲਾਂ ਕਰਦੀ ਹੈ ਨਾ। ਜ਼ਮਾਨਾ ਬਦਲ ਰਿਹਾ। ਮੈਂ ਪਹਿਲੀ ਵਾਰ ਸ਼ੋਲੇ ਦੇਖਣ ਗਿਆ, 17 ਸਾਲ ਦੀ ਉਮਰ। ਉਹ ਹਿਮਾ ਮਾਲਿਨੀ ਰੋ ਪਈ, ਮੈਂ ਵੀ ਰੋ ਪਿਆ। ਮੈਂ ਕਿਹਾ ਆਂਟੀ ਰੋਂਦੀ ਹੈ, ਮੇਰੀ ਮਾਂ ਨੇ ਠਾਹ ਮਾਰਿਆ ਜੋ ਬੇਇੱਜ਼ਤੀ ਕਰਾਂਗੇ। ਸੋ ਸਾਡੇ ਜ਼ਮਾਨੇ ਬੜੇ ਸਾਫ਼। ਅੱਛਾ ਚਲੋ ਉਸ 'ਤੇ ਆਈਏ ਆਪਾਂ। ਜਿਹੜੀ ਨਾਰਾਜ਼ ਦੀ ਗੱਲ ਬਹੁਤ ਅੱਛੀ ਕਰ ਲਈ ਤੁਸੀਂ। ਜਿਹੜਾ ਕਰਤਾਰਪੁਰ ਵਾਲਾ ਹੁਣ ਹੈਗਾ, ਉਹਦੇ 'ਚ ਹੁਣ ਕੀ ਲੱਗਦਾ ਤੁਹਾਨੂੰ ਕਿ ਜੋ ਐਲਾਨ ਹੋ ਗਏ ਉਹਦੇ 'ਚ ਹੁਣ ਕੋਈ ਇਹ ਜੋ ਇਹਦੀ ਲਾਗੂ ਇਸ ਤਰ੍ਹਾਂ ਹੀ ਹੋ ਜਾਣਗੇ? ਕੋਈ ਡਿੱਕਾ ਤਾਂ ਨਹੀਂ ਹੈ? 1% ਨਹੀਂ। ਜਿਹੜਾ ਮੈਂ ਤੁਹਾਨੂੰ ਕਿਹਾ ਨਾ, 1% ਕੋਈ ਡਿੱਕਾ ਨਹੀਂ। ਜਿਹੜਾ ਡਿੱਕਾ ਪਾਊ ਉਹ ਕੱਖ ਦਾ, ਜਿਹੜਾ ਇਹਨੂੰ ਹੁਲਾਰਾ ਦਊ ਉਹ ਲੱਖ ਦਾ। ਇਹ ਬਾਬੇ ਨਾਨਕ ਦੀ ਗੱਲ ਹੈ। ਮੈਂ ਕਹਿ ਰਿਹਾ ਤੁਹਾਨੂੰ, ਮੈਂ ਉੱਥੇ ਮਹਿਸੂਸ ਕਰਕੇ, ਮੈਂ ਮੰਨਦਾ ਨਹੀਂ, ਮੈਂ ਜਾਣਦਾ। ਜਿਹੜਾ ਇਹਨੂੰ ਹੁਲਾਰਾ ਦਊ ਲੱਖਾਂ ਦਾ, ਲੱਖ ਦਾ, ਤੇ ਜਿਹੜਾ ਅੜਕਾ ਪਾਊ ਕੱਖ ਦਾ। ਇਹ ਤੈਅ ਹੈ, ਤੁਸੀਂ ਇਹਨੂੰ ਕੋਈ ਰੋਕ ਨਹੀਂ ਸਕਦਾ। ਮੈਂ ਦਰਬਾਰ ਸਾਹਿਬ ਜਦੋਂ ਉੱਤੇ ਚੜ੍ਹਿਆ ਤੇ ਮੈਂ ਤੁਹਾਨੂੰ ਦੱਸਿਆ ਸੀਗਾ, ਤੁਸੀਂ ਵੀ ਜਾ ਕੇ ਆਏ ਹੋ, ਮਿੱਠੀ ਬਾਬੇ ਨਾਨਕ ਦੇ ਖੇਤਾਂ ਦੀ ਰੋਟੀ ਦਾ ਲੰਗਰ, ਇੰਨੇ ਛੋਟੇ ਉਹ ਮਤਲਬ ਛੱਕਿਆ ਇਹਨੂੰ ਤੇ ਪਾਣੀ 7-8 ਮਿੱਠਾ ਬੌਲੀ ਦਾ ਪਾਣੀ। ਮੈਂ ਕਹਿੰਦਾ ਰੋਂਦਾ ਹੀ ਰਿਹਾ ਮੈਂ ਤਾਂ। ਔਰ ਜੋ ਮੈਂ ਉੱਥੇ ਦਰਸ਼ਨ ਕੀਤੇ ਅੰਦਰ, ਆਪਣੇ ਅੰਦਰ ਜਾ ਕੇ ਜੋ ਮੈਨੂੰ ਮਹਿਸੂਸ ਹੋਇਆ, ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ। ਬੜਾ ਕੁਝ ਖੁੱਲ੍ਹਣਾ ਇਹਦੇ ਨਾਲ। ਔਰ ਮੈਂ ਉੱਥੇ ਦਰਬਾਰ ਸਾਹਿਬ ਉੱਤੇ ਚੜ੍ਹ ਕੇ ਜਦੋਂ ਦੇਖਿਆ,
ਤੇ ਝੰਡੇ ਹੀ ਝੰਡੇ ਲੱਗੇ ਹੋਏ ਸੜਕ ਦੇ ਉਹਦੇ ਅੱਗੇ ਤੱਕ ਜਿਹੜਾ ਪੁਲ ਬਣਨਾ ਹੈ, ਪੁਲ ਤੋਂ ਅੱਗੇ ਜਿਹੜਾ ਥਾਂ 4.5 ਹਾਂ, ਮੈਂ ਕਿਲੋਮੀਟਰ ਦੇਖਿਆ ਉਹ ਪੂਰਾ ਹੋ ਸਕੀਮ। ਇੰਡੀਅਨ ਗਵਰਨਮੈਂਟ ਨੇ ਤਾਂ ਥੋੜਾ ਜਿਹਾ ਹੀ ਕਰਨਾ ਨਾ, ਸੜਕ ਜੋੜਨੀ ਹੈ ਤੇ ਉੱਥੇ ਉਹ ਬਣਾਉਣਾ ਹੈ ਜਿਹੜਾ 12 ਡੈਸਕ ਵਾਲਾ ਇਮੀਗ੍ਰੇਸ਼ਨ ਆਫਿਸ, ਉਧਰ ਵੀ ਬਣਨਾ, ਲੇਕਿਨ 4.5 ਕਿਲੋਮੀਟਰ ਲਾਂਘਾ ਜਿਹੜਾ ਹੈਗਾ ਉਹ ਸਾਰਾ ਪਾਕਿਸਤਾਨ ਉਹਨਾਂ ਨੇ ਤਾਂ ਬੜੀ ਮਿਨਿਊਟਲੀ ਪਲੈਨਿੰਗ ਕੀਤੀ ਹੋਈ। ਮੈਂ ਕਹਿੰਦਾ ਇਹ ਜਿਹਾ, ਔਰ ਜਿਸ ਤਰ੍ਹਾਂ ਨਾਲ ਕੰਮ ਚੱਲ ਰਿਹਾ ਹੈ, ਮੈਂ ਕਹਿੰਦਾ 4 ਮਹੀਨੇ ਪਹਿਲਾਂ ਕਰ ਦੇਣਗੇ ਉਹ, ਕਿਉਂਕਿ ਮੇਰੀ ਗਾਰੰਟੀ ਲੈ ਲਓ। ਔਰ ਉਹਦੇ ਨਾਲ ਨਨਕਾਣਾ ਸਾਹਿਬ, ਅੱਜ ਸੀਐਮ ਸਾਹਿਬ ਨੇ ਵੀ ਅੱਜ ਕੈਲੰਡਰ ਜਿਹੜਾ ਮੈਂ ਸਵੇਰੇ ਕਰਕੇ ਆਇਆ ਨਵੇਂ ਸਾਲ ਦੀ, ਬੜੀ ਸੋਹਣੀ ਸ਼ੁਰੂਆਤ ਕੀਤੀ ਉਹਨਾਂ ਨੇ, ਤਾਰੀਫ ਕਰਨੀ ਚਾਹੀਦੀ ਹੈ। ਉਹਨਾਂ ਮੈਨੂੰ ਬੁਲਾਇਆ ਤੇ ਉੱਥੇ ਕਰਤਾਰਪੁਰ ਸਾਹਿਬ, ਨਨਕਾਣਾ ਸਾਹਿਬ ਮੇਰੀਆਂ ਕੈਲੰਡਰ ਦੇ ਉੱਤੇ, ਹਾਂਜੀ ਹਾਂ ਕੈਲੰਡਰ ਦੇ ਉੱਤੇ, ਔਰ ਇਸ ਤੋਂ ਵਧੀਆ ਕੀ ਸ਼ੁਰੂਆਤ ਹੋ ਸਕਦੀ ਹੈ। ਸੋ ਉਹ ਸੋਚ ਰਹੇ ਨੇ ਪਾਕਿਸਤਾਨ ਦੇ ਵਿੱਚ ਵੀ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਕਰਤਾਰਪੁਰ ਸਾਹਿਬ ਦਾ ਸਰਕਿਟ ਬਣਾਇਆ ਜਾਵੇ, ਔਰ ਉਹ 25-25 ਏਕੜ ਜ਼ਮੀਨ NRIਆਂ ਨੂੰ ਇਨਵਾਈਟ ਕਰ ਰਿਹਾ ਹੈ। ਵੱਡੇ ਵੱਡੇ ਹੋਟਲ, ਜ਼ਮੀਨਾਂ ਦੇ ਰੇਟ ਮੈਂ ਕਹਿੰਦਾ 2 ਲੱਖ ਤੋਂ 20-20, 25-25 ਹੋ ਗਏ ਆਲਰੇਡੀ। ਨਾਰੋਵਾਲ ਜਿੱਥੇ ਮਤਲਬ ਰੋਟੀ ਖਾਣ ਨੂੰ ਨਹੀਂ ਲੋਕੀ ਅਮੀਰ ਆਲਰੇਡੀ ਹੋ ਗਏ। ਬਾਬੇ ਦੀ ਕਿਰਪਾ, ਮੈਂ ਤੁਹਾਨੂੰ ਕਹਿਣਾ ਅਸੰਖ ਸੰਭਾਵਨਾਵਾਂ, ਇੱਕ ਲਾਂਘੇ ਦੇ ਨਾਲ ਲੱਖ ਦੁਆਰ ਖੁੱਲ੍ਹਣੇ ਆ, 1000 ਖੁੜਕੀਆਂ ਹੋਰ ਖੁੱਲ੍ਹਣੀਆਂ ਨੇ। ਤੁਸੀਂ ਇਹ ਲਿਖ ਲਿਓ ਮੇਰੀ ਗੱਲ, ਅੱਜ ਨੋਟ ਕਰ ਲਿਓ। ਇੱਕ ਗੁਰੂ ਦਾ ਸਿੱਖ ਨਿਮਾਣਾ ਜਿਹਾ ਉਹਨੂੰ ਧਿਆਉਣ ਵਾਲਾ, 8 ਮੇਰੀ ਮਾਂ ਕਹਿੰਦੀ ਸੀ 8 ਪਹਿਰ ਆਰਾਧੈ ਪੂਰਨ ਸਤਿਗੁਰੂ ਗਿਆਨ, ਤੇ ਇਹ 8 ਪਹਿਰ ਆਰਾਧਨ ਵਾਲਾ ਸਿੱਖ ਹੈ। ਲਿਖ ਲਿਓ ਮੇਰੀ ਗੱਲ, ਇਹਨੂੰ ਕੋਈ ਰੋਕ ਨਹੀਂ ਸਕੂਗਾ। ਇਸ ਲਾਂਘੇ ਦੇ ਨਾਲ ਬਾਰਡਰ ਵੀ ਖੁੱਲਣਗੇ, ਲੋਕਾਂ ਦੀਆਂ ਜ਼ਿੰਦਗੀਆਂ ਬਦਲਣਗੀਆਂ, ਲੋਕਾਂ ਦੀਆਂ ਜ਼ਿੰਦਗੀਆਂ ਬਿਹਤਰ ਹੋਣਗੀਆਂ, ਔਰ ਇਹਦਾ ਜਿਹੜਾ ਸ਼੍ਰੇਅ ਹੈ ਉਹ ਸਿਰਫ ਤੇ ਲੋਕ ਦੋਵੇਂ ਪਾਸੇ, ਜੋ ਤੁਸੀਂ ਕਹਿ ਰਹੇ ਹੋ ਦੋਵੇਂ ਪਾਸੇ ਇੱਛਾ ਵੀ ਲੋਕਾਂ ਦੀ ਇਹ ਹੈ, ਤਰਸਦੇ ਲੋਕ। ਹੁਣ ਤੁਸੀਂ ਜਾ ਕੇ ਆਏ ਹੋ ਉੱਥੇ ਜਿਹੜਾ ਇਹਨਾਂ ਨੇ ਹਊਆ ਬਣਾ ਰੱਖਿਆ ਹੈ ਨਾ, ਕੋਈ ਪਲਕਾਂ ਤੇ ਨਹੀਂ ਬਿਠਾਉਂਦੇ, ਵਿਛ ਜਾਂਦੇ ਆ, ਮਤਲਬ ਫਿਰ ਚੰਦ ਲੋਕ ਅਗਰ ਹੈ ਇਹ ਮਾੜਾ ਕਹਿ ਕੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ, ਤੇ ਉਹ ਤੇ ਫਿਰ ਗੱਲ ਨਹੀਂ। ਸਿੱਧੂ ਦੀ ਦੇਖੋ, ਇਹ ਕੌਮ ਲਈ ਹੈ, ਇਹ ਕੌਮ ਦੀ ਜ਼ਿੰਦਗੀ ਬਦਲਣੀ ਹੈ ਬੱਲੀ ਭਾਜੀ, ਕਿਸੇ ਇੰਡੀਵਿਜੂਅਲ ਦੀ ਗੱਲ ਨਹੀਂ ਗੀ ਹੈ। ਨਵਜੋਤ ਸਿੰਘ ਸਿੱਧੂ ਦੀ ਕੀ ਔਕਾਤ ਹੈ? ਬਾਬੇ ਨਾਨਕ ਦੇ ਚਰਨਾਂ ਦੀ ਧੂੜ ਦੇ ਥੱਲੇ ਇੱਕ ਜ਼ਰਰਾ ਪਿਆ ਹੋਵੇ, ਉਹਦੀ ਔਕਾਤ ਵੀ ਨਹੀਂ, ਹਾਂਜੀ। ਲੇਕਿਨ ਤੁਸੀਂ ਇਹ ਦੇਖੋ ਕਿ ਕੌਮ ਦੀ ਜ਼ਿੰਦਗੀ ਬਦਲਣੀ ਹੈ। ਔਰ ਮੈਂ ਵੱਡੇ ਵੱਡੇ ਗੁਰਸਿੱਖ ਆ ਕੇ ਜਦੋਂ ਮੇਰੇ ਨਾਲ ਗੱਲ ਕਰਦੇ ਆ, ਉਹਨਾਂ ਦੀਆਂ ਅੱਖਾਂ 'ਚ ਪਿਆਰ ਦੇਖਦਾ ਨਾ, ਤਾਂ ਮੈਨੂੰ ਲੱਗਦਾ ਮੇਰਾ ਜੀਵਨ ਸਫਲ ਕਰਤਾ ਬਾਬੇ ਨਾਨਕ ਨੇ, ਸਫਲ ਕਰਤਾ ਉਹਨੇ। ਤੇ ਉਹਨੇ ਜ਼ਰੂਰਤ ਦੇਤੀ ਵੀ ਬੇਟਾ ਡਰਨਾ ਨਹੀਂ, ਮੈਂ ਤੈਨੂੰ ਕਹਿ ਰਿਹਾ, ਇਹ ਮੇਰੀ ਆਵਾਜ਼ ਹੈ, ਇਹ ਮੈਂ ਤੈਨੂੰ ਕਹਿ ਰਿਹਾ, ਅੜਨਾ ਹੈ ਇਸ ਗੱਲ ਨੂੰ, ਛਾਤੀ ਠੋਕ ਕੇ ਕਹਿਣਾ ਵੀ ਪਿਆਰ ਚਾਹੀਦਾ, ਅਮਨ ਮਾਨ ਚਾਹੀਦਾ, ਆਪਸੀ ਭਾਈਚਾਰਾ ਚਾਹੀਦਾ। ਵਲੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਤੇ ਜੋ ਕਿਹਾ ਭਾਜੀ, ਇਹ ਬਾਬੇ ਨਾਨਕ ਦੀ ਫਿਲਾਸਫੀ, ਮੈਂ ਉੱਥੇ ਕਿਹਾ, ਤੁਸੀਂ ਸੁਣਿਆ ਹੋਣਾ, ਮੈਂ ਕਿਹਾ ਮੈਂ ਤੁਸੀਂ 5 ਵਕਤ ਦੇ ਨਮਾਜ਼ੀ ਹੋ, ਅਸੀਂ ਇੱਕ ਵਾਰ ਅਰਦਾਸ ਕਰੀਦੀ ਹੈ, ਲੇਕਿਨ ਆਂਦੇ ਹੀ ਅਰਦਾਸ ਕਰਦੇ ਹੀ ਤੁਹਾਡਾ ਭਲਾ ਪਹਿਲਾਂ ਮੰਗੀਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ, ਆਪਣੇ ਤੋਂ ਪਹਿਲਾਂ ਤੁਹਾਡਾ ਭਲਾ ਮੰਗੀਦਾ। ਸੋ ਇਹ ਗੱਲਾਂ ਜਦੋਂ ਤੁਸੀਂ ਕਰੋ, ਲੋਕਾਂ ਨੂੰ ਪਿਆਰ, ਦਸਮ ਪਾਤਸ਼ਾਹ ਨੇ ਕਿਹਾ ਸਾਚ ਕਹੂੰ ਸੁਣ ਲਿਓ ਸਭੀ। ਅੱਛਾ, ਇਹ ਦੱਸੋ ਹੁਣ ਮੈਂ, ਤੁਸੀਂ ਗੱਲ ਚੱਲ ਪਈ, ਤੁਸੀਂ ਇੰਨੇ ਧਾਰਮਿਕ ਉਹਦੀ ਕਿ ਅਧਿਆਤਮਵਾਦੀ ਜਿਹੜਾ ਤੁਹਾਡਾ ਰੁਚੀ ਹੈ, ਹਾਂਜੀ, ਤੁਸੀਂ ਗੁਰਦੁਆਰੇ ਵੀ ਜਾਂਦੇ ਹੋ, ਦੂਸਰੇ ਧਰਮਾਂ ਨੂੰ ਵੀ ਮੰਨਦੇ ਹੋ, ਤੇ ਇਹ ਮਤਲਬ ਇਹ ਕਿੱਥੋਂ ਪੈਦਾ ਹੋਈ ਹੈ? ਇਹ ਮੇਰੀ ਮਾਂ ਹਿੰਦੂ ਪਰਿਵਾਰ 'ਚੋਂ ਸੀ, ਮੇਰਾ ਫਾਦਰ ਸਟੌਂਚ ਗੁਰਸਿੱਖ ਸੀ, ਲੇਕਿਨ ਉਹ ਪੜ੍ਹਦੇ ਬਾਣੀ ਸੀ। ਔਰ ਜਦੋਂ ਉਹ ਬਾਣੀ ਪੜ੍ਹਦੇ ਸੀ, ਮੇਰੀ ਮਾਂ, ਸਾਡੇ ਸਾਰੇ ਉਦੋਂ ਪਹਿਲਾਂ ਪਰਿਵਾਰਾਂ 'ਚ ਹੁੰਦਾ ਸੀ ਇਹ, ਬਿਲਕੁਲ। ਔਰ ਫਿਰ ਉਹ ਦੱਸਦੇ ਸੀਗੇ ਕਿ ਦੇਖੋ ਬਾਬਾ ਜੀ ਕੀ ਕਹਿੰਦੇ, ਬਾਬਾ ਜੀ ਵੀ ਤਾਂ ਇਹੀ ਕਹਿੰਦੇ ਵੀ ਭਾਈ ਹਰ ਧਰਮ ਨੂੰ ਮੰਨੋ। ਬਾਬੇ ਫਰੀਦ ਦੀ ਬਾਣੀ ਹੈ, ਵਿਠਲ ਵਿਠਲ ਜਪਣ ਵਾਲੇ ਨਾਮਦੇਵ ਬਾਬਾ ਜੀ ਦੀ ਬਾਣੀ ਹੈ, 36 ਭਗਤਾਂ ਦੀ ਬਾਣੀ ਹੈ। ਤੇ ਫਿਰ ਕੀ ਸੰਦੇਸ਼ ਦਿੰਦਾ ਗੁਰੂ ਗ੍ਰੰਥ ਸਾਹਿਬ? ਗੁਰੂ ਗ੍ਰੰਥ ਸਾਹਿਬ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ, ਪ੍ਰੇਮ ਪਿਆਰ ਮੁਹੱਬਤ ਦਾ ਸੰਦੇਸ਼ ਦਿੰਦਾ ਹੈ, ਜ਼ਾਤ ਪਾਤ ਤੋਂ ਉੱਤੇ ਉੱਠ ਕੇ ਸੰਦੇਸ਼ ਦਿੰਦਾ ਹੈ, ਕਰਮ ਪ੍ਰਧਾਨ ਸੰਦੇਸ਼ ਦਿੰਦਾ ਹੈ। ਤੁਸੀਂ ਤਾਂ ਅਗਲੀਆਂ ਜਿਹੜੀਆਂ ਜਿਵੇਂ ਹੁਣ ਮੁੰਦਰੀਆਂ ਪਾਈਆਂ ਤੁਹਾਡੇ, ਉਹ ਵੀ ਕਾਫੀ ਉਹਦੇ ਵਿਸ਼ਵਾਸ ਰੱਖਦੇ ਹੋ। ਦੇਖੋ ਤੁਸੀਂ ਮੇਰੀ ਗੱਲ ਨੂੰ ਸੁਣੋ, ਇਹ ਮੇਰੇ ਫਾਦਰ ਦੀਆਂ ਨੇ, ਇਹ ਵਿਸ਼ਵਾਸ ਨਹੀਂ ਹੈ, ਇਹ ਤੇ ਮੇਰੇ ਫਾਦਰ ਦੀ ਦੇਣ ਹੈ। ਮੈਨੂੰ ਐਂ ਲੱਗਦਾ ਵੀ ਮੇਰੇ ਪਿਓ ਦਾ ਹੱਥ ਅੱਜ ਵੀ, ਔਰ ਇਹ ਰੇਅਰ ਰੂਬੀਜ਼ ਨੇ। ਇਹ ਮੇਰੀ ਮਾਂ ਮੇਰੇ ਫਾਦਰ ਲਈ ਲੈ ਕੇ ਆਈ ਸੀਗੀ। ਤੇ ਇਹ ਇੱਕ ਹੋਰ ਬੈਂਗਲ ਹੈ, ਆ ਦੇਖੋ, ਆ ਬੈਂਗਲ ਹੈ, ਨਹੀਂ, ਜਿੱਥੇ ਜਿੱਥੇ ਉਹ ਜਾਂਦੀ ਹੁੰਦੀ ਸੀ ਸ਼ਿਵਲਿੰਗ, ਇਹ ਹੁਣ ਪਾ ਕੇ ਰੱਖਦੇ ਹੋ ਤੁਸੀਂ? ਮੈਂ ਹਮੇਸ਼ਾ ਪਾ ਕੇ ਰੱਖਦਾ। ਮੈਨੂੰ ਐਂ ਲੱਗਦਾ ਵੀ ਮੇਰੇ ਪਿਓ ਦਾ ਸਾਇਆ ਮੇਰੇ ਸਿਰ ਤੇ।
ਇਹ ਜੋ ਕੁਝ ਵੀ ਹੈ ਇਹ ਮੇਰੀ ਮਾਂ ਤੇ ਮੇਰੇ ਪਿਓ ਦਾ ਪ੍ਰਤਾਪ ਹੈ। ਔਰ ਜਿਹੜੀ ਸਾਂਝੀਵਾਲਤਾ ਦੀ ਅਸੀਂ ਗੱਲ ਕਰਦੇ ਹਾਂ, ਜਿਹੜੀ ਧਰਮਾਂ ਤੋਂ ਉੱਤੇ ਉੱਠ ਕੇ ਸਿੱਖ ਧਰਮ ਜਿਹੜਾ ਹੈਗਾ ਉਹ 500 ਸਾਲ ਪੁਰਾਣਾ ਹੈ, ਲੇਕਿਨ ਸਭ ਦਾ ਅਸੈਂਸ ਹੈ, ਜੋੜਦਾ ਸਭ ਨੂੰ। ਹਵਨ ਵਗੈਰਾ ਵੀ ਹਵਨ ਕਰਨ ਦੀ ਹਵਨ ਦੇਖੋ, ਹਵਨ ਜੇ ਕੋਈ ਹਵਨ ਕਰਦੇ ਹੁੰਦੇ ਆ ਲੋਕ ਜਿਹੜੇ ਕਰਦੇ ਹੁੰਦੇ ਆ, ਕਿ ਉੱਥੇ ਤੁਸੀਂ ਜਾਏ, ਰੱਬ ਸਾਰੀਆਂ ਥਾਵਾਂ ਦੇ ਉੱਤੇ ਹੈ। ਹਾਂਜੀ, ਭਾਵੇਂ ਤੁਸੀਂ ਉਹਨੂੰ ਜਿਸ ਤਰ੍ਹਾਂ ਮੈਂ ਅਸਲ ਚੀਜ਼ ਨੂੰ ਮੰਨਦਾ ਜਿਹੜੀ ਗੱਲ ਨੂੰ, ਉਹ ਇਹ ਹੈ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ। ਹੁਣ ਤੁਸੀਂ ਮੈਨੂੰ ਦੱਸੋ ਇਸ ਗੱਲ ਦੇ ਵਿੱਚ ਕੋਈ ਚੀਜ਼ ਰਹਿ ਜਾਂਦੀ ਹੈ? ਫਿਰ ਮੁਸਲਿਮ ਫਕੀਰ ਮੀਆਂ ਮੀਰ ਨੇ ਨੀਂਹ ਕਿਉਂ ਰੱਖਣੀ ਸੀ? ਫਿਰ ਬਾਬਾ ਨਾਨਕ ਨੇ ਚਾਰੇ ਵਰਨਾਂ ਦੇ ਲਈ ਚਾਰੇ ਦਰਵਾਜ਼ੇ ਕਿਉਂ ਖੁੱਲ੍ਹੇ ਛੱਡਣੇ ਸੀ? ਫਿਰ ਜੇ ਅੱਜ ਅਸੀਂ ਮੱਕੇ ਜਾਣਾ ਹੋਵੇ ਜਾ ਸਕਦੇ ਹਾਂ, ਤੁਸੀਂ ਜਾ ਸਕਦੇ ਹੋ? ਨਹੀਂ ਜਾ ਸਕਦੇ ਨਾ। ਲੇਕਿਨ ਕੋਈ ਮੁਸਲਮਾਨ ਵੀਰ ਹੋਵੇ, ਕੋਈ ਭੁੱਖਾ ਪਾਣਾ ਹੋਵੇ, ਕੋਈ ਕਿਹੋ ਜਿਹਾ ਵੀ ਹੋਵੇ, ਦਰਬਾਰ ਸਾਹਿਬ ਜਾ ਸਕਦਾ ਨਾ। ਤੇ ਕੀ ਸੰਦੇਸ਼ ਹੈ ਭਾਜੀ? ਇਹ ਸੰਦੇਸ਼ ਤੇ ਤੁਰਨਾ ਹੈ, ਬਾਬੇ ਦੇ ਉਹਦੇ ਤੇ ਤੁਰਨਾ ਹੈ, ਜਾਂ ਫਿਰ ਧਰਮ ਨੂੰ ਫੜ ਕੇ ਉਹਦੇ ਤੇ ਸਿਆਸਤ ਕਰਨੀ ਹੈ। ਦੇਖੋ, ਮੈਂ ਉਦੋਂ ਵੀ ਕਿਹਾ ਸੀਗਾ ਕਿ ਜਦੋਂ ਵੀ ਸਿਆਸਤ ਕਰੋ ਤੇ ਧਰਮ ਨੂੰ ਉਹਦੇ ਤੋਂ ਪਰੇ ਰੱਖੋ, ਤੇ ਜਦੋਂ ਧਰਮ ਦੀ ਗੱਲ ਆਉਂਦੀ ਹੈ ਤੇ ਸਿਆਸਤ ਔਰ ਆਤੰਕਵਾਦ ਦੇ ਚਸ਼ਮੇ ਨੂੰ ਪਰੇ ਰੱਖੋ। ਸਿੱਧੂ ਜੀ, ਹੁਣ ਥੋੜ੍ਹਾ ਜਿਹਾ ਆਪਾਂ ਰੁਕ ਲਈਏ, ਵਕਫਾ ਲੈ ਲਈਏ। ਹੁਣ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ, ਫਿਰ ਨਵਜੋਤ ਸਿੱਧੂ ਹੋਰਾਂ ਨਾਲ ਅਸੀਂ ਉਸੇ ਤਰ੍ਹਾਂ ਹੀ ਗੱਲਬਾਤ ਜਾਰੀ ਰੱਖਾਂਗੇ। ਅੱਛਾ, ਸਿਆਸਤ ਦੀ ਤੁਸੀਂ ਗੱਲ ਕਰਦੇ, ਇਹ ਦੱਸੋ ਵੀ ਤੁਸੀਂ ਸਿਆਸੀ ਹੁਣ ਤਾਂ ਕਿੰਨੇ ਸਾਲ ਹੋ ਗਏ ਤੁਹਾਨੂੰ ਸਿਆਸਤ ਦੇ ਵਿੱਚ? ਸਿਆਸਤ 'ਚ ਆਉਣਾ ਤੁਹਾਡਾ ਸੋਚ ਕੇ ਤਾਂ ਆਏ ਨਹੀਂ ਸੀ, ਤੁਸੀਂ ਸਵਾਬੀ ਬਣੇ ਸੀ ਉਦੋਂ ਵੀ ਜੀ। ਐਕਸੀਡੈਂਟ, ਉਹ ਵੀ ਐਕਸੀਡੈਂਟਲ ਤੁਸੀਂ? ਜੀ ਬਿਲਕੁਲ, ਐਕਸੀਡੈਂਟ ਨਹੀਂ ਆਏ ਸੀ? ਬਿਲਕੁਲ ਜਿਵੇਂ ਉਹ ਕਹਿੰਦੇ ਨੇ ਐਕਸੀਡੈਂਟ, ਤੁਸੀਂ ਐਕਸੀਡੈਂਟ ਨਾਲ ਆਏ ਸੀ। ਪਰ ਉਸ ਤੋਂ ਬਾਅਦ ਦੇਖੋ ਕ੍ਰਿਕਟਰ, ਫਿਰ ਸਿਆਸਤਦਾਨ, ਫਿਰ ਕਮੇਡੀ ਸ਼ੋਅ 'ਚ ਵੀ, ਫਿਰ ਅਧਿਆਤਮ, ਹੁਣ ਤੁਸੀਂ ਅਧਿਆਤਮਕ ਵੀ ਬਣਦੇ ਜਾਂਦੇ ਹੋ। ਇਹਨਾਂ 'ਚ ਸਭ ਤੋਂ ਜਿਹੜਾ ਅਸਲੀ ਸਰੂਪ ਕੀ ਹੈ ਨਵਜੋਤ ਸਿੱਧੂ, ਅਸਲੀ ਕੀ ਹੈ? ਮੈਂ ਦੱਸਦਾ। ਰਾਜ ਬਿਨਾ ਨਾ ਹੀ ਧਰਮ ਚਲੇ, ਔਰ ਧਰਮ ਬਿਨਾ ਸਭ ਤਲੇ ਮਲੇ। ਤੁਸੀਂ ਦੇਖੋ ਮੀਰੀ ਪੀਰੀ ਦੇ ਦੋ ਝੰਡੇ ਬੁੰਗੇ ਜੁਗੋ ਜੁਗ ਅਟਲ। ਮੀਰੀ ਪੀਰੀ ਦੇ ਦੋ ਝੰਡੇ ਦੇਖੋ, 6ਵੀਂ ਪਾਤਸ਼ਾਹੀ ਦੇ। ਧਰਮ ਦਾ ਝੰਡਾ 2.5 ਫੁੱਟ ਉੱਚਾ ਹੈ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਸਿਆਸਤ ਜਿਹੜੀ ਹੈ ਉਹ ਧਰਮ ਚਲਾਊਗੀ? ਨਹੀਂ ਨਾ। ਸਿਆਸਤ ਨੀਵੀਂ ਹੈ, ਬਹੁਤ ਨੀਵੀਂ ਹੈ। ਧਰਮ ਸਾਨੂੰ ਸੇਧ ਦਿੰਦਾ ਹੈ, ਧਰਮ ਸਾਨੂੰ ਦਿਸ਼ਾ ਦਿੰਦਾ ਹੈ। ਬੀਜ ਬੋ ਦਿਓ, ਫੁੱਲ ਖਿਲ ਕੇ ਚਮਨ ਨੂੰ ਬਹਾਰ ਦੇਣਗੇ, ਲੇਕਿਨ ਦਿਸ਼ਾ ਦੇ ਦਿਓ, ਲੋਕ ਮਿਲ ਕੇ ਹਿੰਦੁਸਤਾਨ ਨੂੰ, ਪੰਜਾਬ ਨੂੰ ਸੰਵਾਰ ਦੇਣਗੇ। ਇਹ ਸਾਡਾ ਦਿਸ਼ਾ ਨਿਰਦੇਸ਼ ਹੈ। ਇਸੇ ਕਰਕੇ ਜਦੋਂ ਬਰਗਾੜੀ ਹੋਇਆ, ਇਸੇ ਕਰਕੇ ਜਦੋਂ ਉਹ ਨੀਚ ਕਾਜ ਹੋਇਆ, ਜਿਹਦੇ ਨਾਲ ਮੈਨੂੰ ਸ਼ਰਮ ਆਉਂਦੀ ਹੈ, ਗੁੱਸਾ ਆਉਂਦਾ, ਜਿਹੜਾ ਮਾਫੀ ਲਾਇਕ ਨਹੀਂ ਹੈ, ਇਸੇ ਕਰਕੇ ਲੋਕ ਅੱਜ ਵੀ ਉਬਲਦੇ ਹੈ ਕਿ ਇਹ ਕਾਰਵਾਈ ਕੋਈ ਨਹੀਂ ਹੋ ਰਹੀ। ਗੁਰੂ ਦੇਖੋ, ਮੈਂ ਤੁਹਾਨੂੰ ਕੀ ਕਹਿ ਰਿਹਾ ਕਿ ਗੁਰੂ ਨੂੰ ਮਨਫੀ ਕਰ ਦਿਓ ਸਾਡੀ ਜ਼ਿੰਦਗੀ ਚੋਂ। ਮੈਂ ਡੰਕੇ ਦੀ ਚੋਟ ਤੇ ਕਹਿਣਾ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਤੁਹਾਡੀਆਂ ਗੱਲਾਂ ਦਾ ਜਵਾਬ ਦੇ ਰਿਹਾ। ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜੀਵੇ ਗੁਰਾਂ ਦੇ ਨਾਂ, ਵਸਦਾ ਗੁਰਾਂ ਦੇ ਨਾਂ ਤੇ। ਗੱਲ ਖਤਮ ਹੋ ਜਾਏਗਾ, ਗੁਰਾਂ ਦੇ ਨਾਂ ਤੇ ਵਸਦਾ ਨਾ। ਨਾਲੇ ਫਲਸਫਾ, ਤੁਸੀਂ ਉਹਨੂੰ ਫਲਸਫਾ ਕਿਉਂ? ਹਕੀਕਤ ਹੈ। ਤੁਸੀਂ ਦੇਖੋ ਅੱਜ ਜੋੜ ਮੇਲਾ ਸੀ, ਇਕੱਠ ਦੇਖਿਆ ਸੀ? ਦੇਖਦੇ ਹੋ 20 ਲੱਖ ਬੰਦਾ ਅੱਖਾਂ ਭਰਦਾ ਜਾ ਕੇ। ਅੱਜ ਵੀ ਉਹਨਾਂ ਨੂੰ ਐਂ ਲੱਗਦਾ ਵੀ ਇਹ ਕੋਈ ਇਹੋ ਜਿਹੀ ਐਗਜ਼ਾਮਪਲ ਦਿਓ, ਕੋਈ ਇਹੋ ਜਿਹਾ ਉਦਾਹਰਣ ਦਿਓ ਜਿਹਨੇ ਵੰਸ਼ ਵਾਰਤਾ ਹੋਵੇ। ਪਰ ਇਹ ਜਿਹੜੀ ਚੀਜ਼ ਹੈ, ਇਹ ਸਾਨੂੰ ਸੇਧ ਦਿੰਦੀ ਹੈ। ਔਰ ਜਦੋਂ ਕੋਈ ਇਹਨੂੰ ਨਹੀਂ ਮੰਨਦਾ ਔਰ ਤਿਰਸਕਾਰ ਹੁੰਦਾ, ਇਹ ਸਾਡੇ ਗੁਰੂ ਨੂੰ ਕੋਈ ਬੇਇੱਜ਼ਤ ਕਰੇ, ਇਹ ਕਿਸ ਤਰ੍ਹਾਂ ਕੌਣ ਲਗਾਊਗਾ? ਇਹਨੂੰ ਕੌਣ ਬਰਦਾਸ਼ਤ ਕਰੂਗਾ? ਔਰ ਉਹ ਵੀ ਸਿਆਸਤ ਲਈ, ਹੈ ਸਿਆਸਤ ਲਈ।
ਸਿਆਸਤ ਮਤਲਬ ਗੰਦੀ ਹੋ ਗਈ, ਮੈਲੀ ਹੋ ਗਈ। ਗੁਰੂ ਆਦਿ ਅਨੰਤ ਹੈ, ਇਹ ਅੱਜ ਨਹੀਂ, ਸਦੀਆਂ ਪੀੜ੍ਹੀਆਂ ਅਗਲੇ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਨੂੰ ਸੇਧ ਦੇਣੀ, ਆਦਿ ਅਨੰਤ ਜਦ ਤੱਕ। ਪਰ ਆਫਟਰ ਆਲ ਜਿਹੜੀ ਸਿਆਸੀ ਤਾਕਤ ਹੈ ਜੀ, ਉਹ ਮੈਟਰ ਕਰਦੀ ਹੈ ਨਾ। ਬਿਲਕੁਲ ਕਰਦੀ ਹੈ ਮੈਟਰ। ਤੁਸੀਂ ਵੀ ਹੁਣ ਸਿਆਸੀ ਪੋਜੀਸ਼ਨ 'ਚ ਹੋ ਕੇ ਕੁਝ ਕਰ ਸਕਦੇ ਹੋ ਨਾ, ਕਰ ਸਕਦੇ ਹੋ ਅੱਜ ਤੱਕ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਕੀਤੀ ਹੋਵੇ, ਰਾਜਨੀਤੀ ਨਹੀਂ, ਸਿਆਸਤ ਨਹੀਂ ਕਰਨੀ। ਸਿਆਸੀ ਪੋਜੀਸ਼ਨ ਜਿਹੜੀ, ਜਦੋਂ ਸਿਆਸਤ 'ਚ ਤੁਹਾਡੀ ਪਾਵਰ ਜਿਹੜੀ ਹੈ, ਸੱਤਾ ਜੀ, ਉਹਦੇ ਨਾਲ ਹੀ ਫੈਸਲੇ ਹੁੰਦੇ ਨੇ ਬਿਲਕੁਲ ਫਿਰ ਵੀ। ਤੇ ਉਹਦੇ ਵਾਸਤੇ ਤੁਸੀਂ ਵੀ ਹੁਣ ਐਜ਼ ਏ ਮਿਨਿਸਟਰ ਜਦੋਂ ਕੰਮ ਕਰਦੇ ਹੋ ਤਾਂ ਹੋਰ ਤਰ੍ਹਾਂ ਤੁਹਾਡੀ ਪੋਜੀਸ਼ਨ ਹੈ, ਠੀਕ ਹੈ ਨਾ ਜੀ। ਤੁਹਾਡੀਆਂ ਵੀ ਸਿਆਸੀ ਐਂਬੀਸ਼ਨਸ ਹੈਗੀਆਂ ਨੇ, ਜੀ। ਠੀਕ ਹੈ ਨਾ। ਤੁਹਾਨੂੰ ਲੱਗਦਾ ਹੈ ਸਿਆਸੀ ਐਂਬੀਸ਼ਨਾਂ? ਮੈਂ ਅੱਗੇ ਵੀ ਤੁਹਾਡੇ ਪ੍ਰੋਗਰਾਮ ਸੁਣੇ, ਮੈਂ ਅੱਗੇ ਵੀ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਭਾਜੀ, ਜੇ ਮੇਰੀਆਂ ਸਿਆਸੀ ਐਂਬੀਸ਼ਨਾਂ ਹੁੰਦੀਆਂ, ਮੈਂ ਤੁਹਾਨੂੰ ਜਵਾਬ ਦਿੰਦਾ ਤੁਹਾਡੀਆਂ ਗੱਲਾਂ ਦੇ, ਤੇ ਮੈਂ ਕੁਰੂਕਸ਼ੇਤਰੋਂ ਇਲੈਕਸ਼ਨ ਲੜ ਕੇ INB ਮਿਨਿਸਟਰ ਨਾ ਬਣ ਜਾਂਦਾ। ਦੱਸੋ ਭਾਜੀ, ਤੁਸੀਂ ਇੰਨੀ ਉਮਰ ਤੁਹਾਡੀ ਲੰਘੀ, ਇੱਕ ਵਾਰ ਸੁਣੋ ਨਾ ਮੇਰੀ ਗੱਲ ਸੁਣੋ ਨਾ। ਦੱਸੋ ਭਾਜੀ, 70 ਸਾਲ ਦੀ ਹਿੰਦੁਸਤਾਨ ਦੀ ਹਿਸਟਰੀ 'ਚ ਕਿਸੇ ਨੇ ਰਾਜ ਸਭਾ ਛੱਡੀ ਹੋਵੇ 6 ਨੋਮੀਨੇਟਡ? ਦੱਸੋ 6 ਸਾਲ ਦੀ ਛੱਡੀ ਹੋਵੇ ਤਾਂ ਮੈਨੂੰ ਇੱਕ ਬੰਦਾ ਨਾ ਦਿਓ। ਦੱਸੋ ਭਾਜੀ, ਕਿਸੇ ਨੇ 4-5 ਕਰੋੜ ਰੁਪਏ ਆਪਣੀ ਜੇਬ 'ਚ ਲਾਏ ਹੋ? ਜੇ ਸਿਆਸਤ ਮੇਰੇ ਲਈ ਇੱਕ ਪ੍ਰੋਫੈਸ਼ਨ ਹੁੰਦੀ ਤੇ ਮੈਂ ਇਹ ਕਿਉਂ ਕਰਦਾ? ਇਸ ਕਰਕੇ ਮੇਰੀਆਂ ਕੋਈ ਐਂਬੀਸ਼ਨਸ ਨਹੀਂ ਸਿਆਸਤ ਬਿਲਕੁਲ ਨਹੀਂ। ਲੇਕਿਨ ਸਿਆਸਤ ਇੱਕ ਐਸੀ ਚੀਜ਼ ਹੈ ਜਿਹੜੀ ਲੋਕਾਂ ਦੀ ਜ਼ਿੰਦਗੀ ਬਦਲ ਸਕਦੀ ਹੈ। ਮੈਂ ਉਹੀ ਕਹਿਣਾ ਨਾ, ਦੇਖੋ, ਭੁੱਖਾ ਰੱਜਦਾ ਪਰ ਭੁੱਖੜ ਨਹੀਂ ਰੱਜਦਾ। ਮੈਂ ਕਹਿੰਦਾ ਹੁੰਦਾ ਕਿੰਨੀਆਂ ਕੁ ਜ਼ਰੂਰਤਾਂ ਚਾਹੀਦੀਆਂ ਨੇ, ਤੁਸੀਂ ਮੇਰੇ ਘਰ 'ਚ ਤੁਰ ਫਿਰ ਲਓ, ਹੁਣ ਕੀ ਚਾਹੀਦਾ ਹੋਰ? ਉਹ ਕਮਾ ਲੈ ਨਾ, ਜਿੰਨੇ ਕੁ ਕਮਾਣੇ ਸੀਗੇ, 2 ਘਰ ਬਣਾਤੇ, ਬੱਚੇ ਨੂੰ ਦੇਤੀ ਹੈ। ਜੇ ਕੋਈ ਕੇਸ ਪਾ ਵੀ ਦਊ, ਕੋਈ ਇਹ ਸਿਆਸੀ ਲੋਕ ਜੇ ਕੇਸ ਪਾ ਵੀ ਦਊ, ਇੱਕ ਵੇਚ ਲਾਂਗੇ ਘਰ, ਕੋਈ ਰੌਲਾ ਨਹੀਂ, ਕੋਈ ਫਰਕ ਨਹੀਂ ਪੈਂਦਾ, ਕੋਈ ਡਰ ਨਹੀਂ, ਕੁਛ ਖੋਣ ਦਾ ਖਤਰਾ ਨਹੀਂ। ਲੇਕਿਨ ਗਵਾਉਣ ਨੂੰ ਕੁਝ ਨਹੀਂ ਹੈ, ਗਵਾਉਣ ਨੂੰ ਕੁਛ ਨਹੀਂ, ਕੋਈ ਖੋਣ ਨੂੰ। ਤਾਂ ਹੀ ਤੇ ਠੋਕ ਕੇ ਕਹਿਣਾ, ਤਾਂ ਹੀ ਤੇ ਲੱਗਦੇ ਡਰਦੇ ਆ, ਤਾਂ ਹੀ ਤੇ ਪ੍ਰਧਾਨ ਮੰਤਰੀ ਕੋਲ ਵੀ ਜਵਾਬ ਹੈ ਨਹੀਂ ਤੇ ਬਾਂਹ ਮਰੋੜ ਕੇ ਟੰਗ ਦਿੰਦੇ ਆ। ਪਹਿਲਾਂ ਕਰਪਸ਼ਨਾਂ ਕਰਾਉਂਦੇ ਆ, ਫਿਰ ਮੁੜ ਕੇ ਕਾਣਾ ਕਰ ਲੈਂਦੇ, ਕਾਣਾ ਕਰਕੇ ਫਿਰ ਖੜਾ ਕਰ ਲੈਂਦੇ ਆ, ਨੰਗਾ ਕਰਕੇ ਕਰਦੇ ਆ ਨਾ। ਕਰੇ ਸਿੱਧੂ ਨੂੰ ਕੋਈ ਬੰਬ ਨਾ ਕੱਢ ਦੇਣ। ਕੱਲ ਨੂੰ ਸਮਝੋ ਇਹ ਕਿੱਥੋਂ ਆਉਂਦੀ ਹੈ ਭਾਜੀ? ਇਹ ਬਾਹਰ ਮੇਰੇ ਵੀਰਾਂ ਨੂੰ ਵੀ ਸਮਝਣਾ ਚਾਹੀਦਾ ਹੈ, ਇਹ ਕਿੱਥੋਂ ਆਉਂਦੀ ਹੈ? ਇਹ ਮੋਰਲ ਅਥਾਰਟੀ ਦੇ ਨਾਲ ਆਉਂਦੀ ਹੈ। ਮੋਰਲ ਅਥਾਰਟੀ ਉਸੇ ਕੋਲ ਹੀ ਹੁੰਦੀ ਹੈ ਜਿਹਦੇ ਕੋਲ ਕਿਰਦਾਰ ਹੁੰਦਾ ਹੈ। ਕਿਰਦਾਰ ਕਿਹਦੇ ਕੋਲ ਹੁੰਦਾ? ਇਨਰ ਸਟਰੈਂਥ ਕਿੱਥੋਂ ਆਉਂਦੀ ਹੈ? ਇਮਾਨਦਾਰੀ ਤੋਂ ਆਉਂਦੀ ਹੈ। ਮੇਰਾ ਬਜ਼ੁਰਗ ਮੇਰੇ ਤੋਂ ਇੱਕੋ ਹੀ ਚੀਜ਼ ਮੰਗਦਾ ਸੀ। ਉਹ ਕਹਿੰਦਾ, ਪੁੱਤਰ ਆ ਤੇਰੀ ਮਾਂ ਪਿਤਰਾਂ ਦੀ ਸ਼ਰਾਧ ਕਰਦੀ ਹੈ, ਕੀ ਮੰਗਦੀ ਹੈ? ਕਹਿੰਦਾ, ਮੈਂ ਤਾਂ ਕਰਦਾ ਨਹੀਂ ਬਾਬਾ, ਨਹੀਂ ਕਰਦਾ, ਪਰ ਮੈਂ ਇਹਨੂੰ ਰੋਕਦਾ ਵੀ ਨਹੀਂ। ਕਹਿੰਦਾ, ਕੀ ਮੰਗਦੀ ਹੈ? ਵੀ ਹੱਥ ਦਾ ਐਂ ਰਵੇ, ਕਦੇ ਐਂ ਨਾ ਕਰਨਾ ਪਵੇ। ਗੱਲ ਨੂੰ ਸਮਝੋ ਕਿ ਉਹ ਮੈਨੂੰ ਕਹਿੰਦਾ ਹੁੰਦਾ, ਬੇਟਾ ਕਦੇ ਜ਼ਿੰਦਗੀ 'ਚ ਮੰਗੀ ਨਾ, ਬਿਨ ਮੰਗੇ ਮੋਤੀ ਮਿਲਦੇ ਹੈ ਤੇ ਮੰਗ ਕੇ ਭੀਖ ਨਹੀਂ ਮਿਲਦੀ। ਤੇ ਮੈਂ ਮੰਗਣ ਗਿਆ ਸੀ ਭਾਜੀ, ਮੈਂ ਤਾਂ ਇੱਕ ਯਾਰ ਦੋਸਤ ਦੇ ਨਿਉਤੇ ਦੇ ਉੱਤੇ ਪਾਕਿਸਤਾਨ ਗਿਆ ਸੀ, ਤੇ ਉੱਥੇ ਕੀ ਝੋਲੀ 'ਚ ਪੈ ਗਿਆ, ਤੇ ਉਦੋਂ ਹੱਸਦੇ ਸੀ ਤੇ ਅੱਜ ਹੱਸਣ ਵਾਲੇ ਸਲਾਮ ਮਾਰਦੇ ਆ। ਇਹ ਕਿਹਦੀ ਮਿਹਰ ਹੈ? ਇਹ ਬਾਬੇ ਦੀ ਮਿਹਰ। ਹੱਸਦੇ ਕਿ ਸੜਦੇ ਸੀ? ਫਿਰ ਮਤਲਬ ਸੜਦੇ ਸੀ, ਜੋ ਵੀ ਕਰਦੇ ਸੀ। ਦੇਖੋ, ਇੱਕ ਗੱਲ ਨੂੰ ਸਮਝ ਲਓ, ਮਾਂ ਮੇਰੀ ਨੇ ਇੱਕ ਚੀਜ਼ ਸਿਖਾਈ ਸੀ। ਉਹ ਕਹਿੰਦੀ, ਪੁੱਤਰ 2 ਚੀਜ਼ਾਂ ਤੈਨੂੰ ਦੱਸ ਰਹੀਆਂ, ਤੇਰੇ ਖਿਆਲ, ਤੇਰੇ ਵਿਚਾਰ, ਤੇਰੇ ਕਰਮ ਬਣਨਗੇ। ਤੇਰੇ ਕਰਮ ਤੇਰੀ ਆਦਤ ਬਣੂ, ਤੇਰੀ ਆਦਤ ਜਿਹੜੀ ਹੈਗੀ ਹੈ ਉਹ ਤੇਰਾ ਕਿਰਦਾਰ ਬਣੂ, ਔਰ ਤੇਰਾ ਕਿਰਦਾਰ ਜਿਹੜਾ ਹੈਗਾ ਉਹ ਤੇਰੀ ਡੈਸਟੀਨੀ ਬਣੂ, ਤੇਰਾ ਮੁਕੱਦਰ ਬਣੂ। ਤੂੰ ਬਣਾਉਣਾ ਆਪਣਾ ਮੁਕੱਦਰ। ਇਨਸਾਨ ਆਪਣਾ ਮੁਕੱਦਰ ਖੁਦ ਬਣਾਉਂਦਾ ਹੈ ਔਰ ਬਾਅਦ 'ਚ ਉਹਨੂੰ ਹੋਣੀ ਦਾ ਨਾਂ ਦਿੰਦਾ। ਇਹ ਉਹੀ ਪੰਜਾਬ ਨਹੀਂ ਜਿਹਨੇ ਗ੍ਰੀਨ ਰੈਵੋਲੂਸ਼ਨ, ਵਾਈਟ ਰੈਵੋਲੂਸ਼ਨ, ਸਭ ਤੋਂ ਵੱਧ ਬਲੀਦਾਨ 1% ਪੰਜਾਬੀ ਉਹ ਕਰ ਗਏ ਜੋ 70% ਹਿੰਦੁਸਤਾਨ ਨਹੀਂ ਕਰ ਸਕਿਆ। ਸਾਡਾ ਦੁੱਖ ਕੌਣ ਸਮਝੂ ਭਾਜੀ? ਹਾਂਜੀ। ਤੇ ਇਸ ਕਰਕੇ ਇਹ ਵੱਡਾ ਟੀਚਾ ਹੈ। ਕੋਈ ਛੱਪੜ ਦੀ ਗੱਲ ਕਰੇ ਮੈਂ ਉਹਨੂੰ ਗੌਲਦਾ ਨਹੀਂ, ਕੋਈ ਟੋਬੇ ਦੀ ਗੱਲ ਕਰੇ ਮੈਂ ਉਹਨੂੰ ਗੌਲਦਾ ਨਹੀਂ, ਮੈਂ ਸਮੁੰਦਰ ਦੀ ਗੱਲ ਕਰਦਾ। ਔਰ ਸਮੁੰਦਰ ਦੀ ਗੱਲ ਇਹ ਹੈ ਕਿ ਸਾਨੂੰ ਪੰਜਾਬ ਸੰਵਾਰਨਾ ਪੈਣਾ ਭਾਜੀ। ਅੱਜ ਡੈਮੇਜ ਕੰਟਰੋਲ ਹੈ, ਤੇ ਜੇ ਡੈਮੇਜ ਕੰਟਰੋਲ ਨਾ ਸੰਵਾਰਿਆ ਤੇ ਇਰਰਿਪੇਅਰੇਬਲ ਡੈਮੇਜ ਹੋ ਜਾਊਗਾ। ਔਰ ਜੇ ਇਰਰਿਪੇਅਰੇਬਲ ਡੈਮੇਜ ਤੱਕ ਅਸੀਂ ਇਹਨੂੰ ਜਾਣ ਦਿੱਤਾ। ਪਰ ਸਿਆਸਤ 'ਚ ਜਿਹੜੇ ਤੁਸੀਂ ਗੱਲ ਕੀਤੀ ਨਾ, ਉਹਦੇ 'ਚ ਜਿਹੜੇ ਤੁਸੀਂ ਪਾਸੇ ਪਲਟੇ ਆ, ਮਤਲਬ ਤੁਸੀਂ ਪਹਿਲਾਂ ਉਹ ਦੂਜੀ ਸਿਆਸਤ 'ਚ ਫਿਰ ਇੱਧਰ ਸਿਆਸਤ 'ਚ ਆਏ, ਉਹਨੂੰ ਜਸਟੀਫਾਈ ਤੁਸੀਂ ਕਿਵੇਂ ਕਰਦੇ ਹੋ? ਤੁਹਾਡੇ ਸਾਹਮਣੇ ਹੀ ਹੈ ਜਸਟੀਫਿਕੇਸ਼ਨ, ਮੈਂ 15 ਵਾਰ ਦੇ ਚੁੱਕਿਆ। ਉਹ ਕਹਿੰਦੇ ਸੀ ਭਈ ਹਿੰਦੁਸਤਾਨ ਦੇ ਸਭ ਤੋਂ ਵੱਡੇ ਡਾਕੂਆਂ ਨਾਲ ਖੜਾ। ਉਹ ਕਹਿੰਦੇ ਸੀਗੇ
ਬਾਦਲਾਂ ਦੀ ਕੰਪੇਨ ਕਰ। ਉਹ ਮੈਨੂੰ ਕਹਿੰਦੇ ਸੀਗੇ ਵੀ ਸਾਡੀ ਪੁਰਾਣੀ ਸਾਂਝ ਹੈ ਹਿੰਦੂ ਸਿੱਖ ਵਾਲਦਾ ਦੀ। ਮੈਂ ਕਿਹਾ ਇਹਨਾਂ ਨਾਲ ਖੜਾ, ਇਹ ਕੀ ਕਰ ਰਹੇ ਆ ਵੇਖੋ। ਦੇਖੋ ਜਾ ਕੇ ਅਸੀਂ ਪੀੜ੍ਹੀ ਨੂੰ ਕੀ ਦੇਣਾ ਅਗਲੀ ਨੂੰ, ਤੇ ਸਾਡੀ ਪੀੜ੍ਹੀ ਦਾ ਕੀ ਹਾਲ ਹੋ ਰਿਹਾ। ਮੈਂ ਇਹਨਾਂ ਨਾਲ ਨਹੀਂ ਖੜਨਾ। ਇਹਨਾਂ ਦੀਆਂ 2 ਸਰਕਾਰਾਂ ਬਣਾ ਕੇ ਦਿੱਤੀਆਂ, ਸਾਡੀ ਦਿੱਤੀ ਤਾਕਤ, ਸਾਡੇ ਹੀ ਸਿਰ ਤੇ ਜੁੱਤੀ ਬਣਾ ਕੇ ਭਰਾਈ। ਇਹਨਾਂ ਡਾਕੂਆਂ ਨਾਲ ਨਹੀਂ ਖੜਦਾ। ਆਖਿਰ ਨਾ ਖੜ, ਚਲੋ ਕੋਈ ਗੱਲ ਨਹੀਂ। ਮੈਂ ਠੀਕ ਹੈ, ਪਾਸੇ ਹੋ ਗਏ ਜੀ। ਉਸ ਤੋਂ ਬਾਅਦ ਇੱਥੇ ਅੰਮ੍ਰਿਤਸਰ 'ਚ ਮੈਂ 4 ਵਾਰ ਦਾ ਇਲੈਕਸ਼ਨ, 3 ਇਲੈਕਸ਼ਨ ਜਿੱਤੇ। ਜਦੋਂ ਕੋਈ 50 ਸੀਟਾਂ ਦੇ ਉੱਤੇ ਨਾਰਥ ਇੰਡੀਆ ਦੇ ਵਿੱਚ ਇਲੈਕਸ਼ਨ ਨਹੀਂ ਜਿੱਤੇ ਸੀ, ਮੈਂ ਜਿੱਤਿਆ ਸੀ ਮਨਮੋਹਨ ਸਿੰਘ ਜੀ ਦੀ ਵੇਵ 'ਚ, ਠੀਕ ਹੈ। ਅਤੇ ਜਦੋਂ ਸਰਦਾਰ ਮਨਮੋਹਨ ਸਿੰਘ 2 ਵਾਰ ਪ੍ਰਧਾਨ ਮੰਤਰੀ ਬਣੇ, ਮੋਦੀ ਦੀ ਵੇਵ ਆਈ। ਮੋਦੀ ਸਾਹਿਬ ਦੀ ਵੇਵ 'ਚ 3 ਵਾਰ ਜਿੱਤੇ ਹੋਏ ਸਿੱਖਾਂ ਦੇ 3 ਵਾਰ ਜਿੱਤੇ ਹੋਏ ਨੁਮਾਇੰਦੇ ਨੂੰ ਕਹਿੰਦੇ ਕੁਰਕਸ਼ੇਤਰ ਜਾ। ਹੈਂ, ਮੈਂ ਕਿਉਂ ਜਾਵਾਂ ਕੁਰਕਸ਼ੇਤਰ? ਆ ਕੇ ਤੇਰੇ ਗੁਰੂ ਨੇ ਲੜਨੀ। ਮੈਂ ਮੇਰਾ ਗੁਰੂ ਜੀ ਸਦਕੇ, ਪਰ ਮੈਂ ਜਾਂਦਾ ਨਹੀਂ। ਮੈਂ ਕਿਹਾ ਮੈਂ ਇਸ ਗੁਰੂ ਘਰ ਦਾ ਕੂਕਰ ਹਾਂ, ਤੁਸੀਂ ਅੰਮ੍ਰਿਤਸਰ ਵਾਲਾ ਵਾਅਦਾ ਕੀਤਾ ਸੀ। ਵਾਅਦਾ ਨਹੀਂ, ਵਾਅਦੇ ਔਰ ਅੰਡੇ ਟੁੱਟਣ ਲਈ ਹੁੰਦੇ ਆ ਬੱਲੀ ਭਾਜੀ। ਇਹ ਤੁਹਾਨੂੰ ਇੱਕ ਤਪਸਵੀ ਕਹਿ ਰਿਹਾ ਹੈ, ਵਚਨ ਕੀ ਰਘੁਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਕੀ ਕਹਿਣਾ ਹੈ? ਬੰਦਾ ਉਹ ਚੰਗਾ ਜਿਹੜਾ ਵਚਨਾਂ ਦਾ ਪੱਕਾ, ਔਰਤ ਉਹ ਚੰਗੀ ਜਿਹਦੀਆਂ ਅੱਖਾਂ ਦੇ ਵਿੱਚ ਸ਼ਰਮ ਤੇ ਹਯਾ ਹੋਵੇ। ਇਹ ਮੈਂ ਆਪਣੇ ਗੁਰੂ ਦਾ ਸਿੱਖ ਹਾਂ, ਜੋ ਜ਼ਬਾਨ ਦਿੱਤੀ, ਜੋ ਵਚਨ ਦਿੱਤੀ, ਮੇਰੀ ਜ਼ਬਾਨ ਦਾ ਭਰੋਸਾ ਹੈ। ਤਾਂ ਹੀ ਤੇ 5 ਇਲੈਕਸ਼ਨ ਜਿੱਤੇ ਆ। ਕਿੰਨੇ ਕੁ ਸੈਲੀਬ੍ਰਿਟੀ ਨੇ ਜਿਹੜੇ 5 ਇਲੈਕਸ਼ਨ ਜਿੱਤ ਜਾਂਦੇ ਆ? ਪਹਿਲਾ ਇਲੈਕਸ਼ਨ ਬੰਦਾ ਸੈਲੀਬ੍ਰਿਟੀ ਬਣ ਕੇ ਜਿੱਤ ਸਕਦਾ, ਦੂਜਾ ਇਲੈਕਸ਼ਨ ਹਮੇਸ਼ਾ ਉਹਦੇ ਕੰਮ ਜਿਤਾਉਂਦੇ ਆ, ਤੀਜਾ ਇਲੈਕਸ਼ਨ ਉਹਦਾ ਕਿਰਤਾਰ, ਚੌਥਾ ਇਲੈਕਸ਼ਨ ਉਹਦਾ ਆਚਰਣ ਵਿਵਹਾਰ, ਤੇ ਫਿਰ ਉਸ ਤੋਂ ਅੱਗੇ ਕੁਛ ਨਹੀਂ। ਇਹ ਸਾਰੇ ਅਗਨ ਕੁੰਡ 'ਚ ਬੈਠ ਕੇ ਔਰ ਇਹ ਸਭ ਮੇਰੀ ਮੁਖਾਲਫਤਾਂ ਕਰਦੇ ਨੇ ਡਟ ਕੇ ਸਾਰੇ, ਫਿਰ ਲੋਕ ਵੋਟਾਂ ਪਾਉਂਦੇ ਆ। ਇਹ ਪ੍ਰਮਾਣ ਹੈ ਇਸ ਗੱਲ ਦਾ ਕਿ ਕੋਈ ਸੱਚਾ ਹੋਵੇ ਉਹਨੂੰ ਕੋਈ ਹਰਾ ਨਹੀਂ ਸਕਦਾ। ਔਰ ਮੇਰੀ ਮਾਂ ਦੀ ਗੱਲ ਫਿਰ ਤੁਹਾਨੂੰ ਯਾਦ ਆ ਗਈ ਮੈਨੂੰ। ਉਹ ਕੀ ਕਹਿੰਦੀ ਹੁੰਦੀ ਸੀ? ਉਹ ਕਹਿੰਦੀ ਪੁੱਤ ਜਦੋਂ ਵੀ ਸੰਦੇਹ ਹੋਵੇ ਤੇ ਸੱਚ ਦੇ ਰਸਤੇ ਤੁਰੀ, ਕੰਡੇ ਹੋਣ ਤੁਰਜੀ ਕੰਡਿਆਂ ਤੇ ਦੇਖ ਲਓ ਹਿੰਮਤ ਉਹੀ ਦਿੰਦੀ ਹੈ। ਕੰਡਿਆਂ ਤੇ ਤੁਰਜੀ, ਉਹ ਮਖਮਲ ਹੋ ਜਾਣਗੇ, ਅੱਗੇ ਜਾ ਕੇ ਉਹ ਅੰਮ੍ਰਿਤ ਹੋ ਜਾਣਗੇ। When in doubt, walk straight, walk the path of truth and never compromise on moral values। ਯਾਦ ਰੱਖਣਾ, moral values। ਜਿਹਦੇ ਕੋਲ moral values ਨਹੀਂ, ਉਹਦੇ ਕੋਲ authority ਨਹੀਂ ਕਹਿਣ ਦੀ। ਜਿਹੜਾ 3 ਪੈਗ ਰਾਤ ਨੂੰ ਲਾਉਂਦਾ ਨਾ, ਸਵੇਰੇ ਜਾ ਕੇ ਇਹ ਨਹੀਂ ਕਹਿੰਦਾ ਦਾਰੂ ਪੀਣਾ ਹਾਨੀਕਾਰਕ ਹੈ। ਯਾਦ ਰੱਖਿਓ ਮੇਰੀ ਗੱਲ, ਇਹ ਹੋਣਾ ਪੈਣਾ ਤੁਹਾਨੂੰ। ਉਹ ਜਿਹਾ ਤੁਹਾਨੂੰ ਇਮਾਨਦਾਰ ਹੋਣਾ ਪੈਣਾ। The image of the ugly politician has to be erased and that can only be erased। ਤੁਹਾਨੂੰ ਜਿਹੜਾ ਤੁਸੀਂ ਇਹ ਬੋਲਦੇ ਹੋ ਸ਼ੇਰੋ ਸ਼ਾਇਰੀ, ਇਹ ਤੁਹਾਨੂੰ ਕੋਈ ਰੱਬੀ ਦਾਤ ਹੈ ਜੇ ਪੜ੍ਹਦੇ ਲਿਖਦੇ ਦਾਤ ਹੈ। ਕਿੱਥੋਂ ਪੜ੍ਹਦਾ? ਤੁਹਾਨੂੰ ਹੁਣ ਦੱਸ ਦਿੰਦਾ ਜੋ ਉੱਥੇ ਬੋਲਿਆ ਸੀ ਮੈਂ ਪਾਕਿਸਤਾਨ ਜਾ ਕੇ। ਹੁਣ ਪੜ੍ਹ ਦਿੰਦਾ, ਉੱਥੋਂ ਦੇ 3-4 ਸ਼ੇਰ ਪੜ੍ਹ ਦਿੰਦਾ। ਤੁਸੀਂ ਦੱਸੋ ਜਿਹੜਾ ਕਹੂੰ ਮੈਂ ਉੱਥੇ ਜਾ ਕੇ ਜਦੋਂ ਪਹਿਲਾਂ ਕਿਹਾ, ਸਭ ਤੋਂ ਵੱਧ ਜਿਹੜੀ ਚੀਜ਼ ਸਰਾਈ ਗਈ ਸੀ ਕਿ ਹਿੰਦੁਸਤਾਨ ਜੀਵੇ ਤੇ ਪਾਕਿਸਤਾਨ ਜੀਵੇ, ਹੱਸਦਾ ਵਸਦਾ ਇਹ ਸਾਰਾ ਜਹਾਨ ਜੀਵੇ। ਧਰਤੀ ਪੌਦ ਪਾਣੀ ਬੂਟੇ ਜੀਵ ਪ੍ਰਾਣੀ, ਧਰਤੀ ਪੌਦ ਪਾਣੀ ਬੂਟੇ ਜੀਵ ਪ੍ਰਾਣੀ, ਸੂਰਜ ਚੰਨ ਸਿਤਾਰੇ ਇਹ ਸਾਰਾ ਅਸਮਾਨ ਜੀਵੇ। ਜੀਵੇ ਰਹਿਮ ਹਰ ਇਨਸਾਨ ਦੇ ਦਿਲ ਦੇ ਅੰਦਰ, ਤੇ ਸ਼ਾਨ ਨਾਲ ਹਰ ਇਨਸਾਨ ਜੀਵੇ, ਤੇ ਅਮਨ ਸ਼ਾਂਤੀ ਤੇ ਪ੍ਰੋਸਪੈਰਿਟੀ ਦਾ ਪ੍ਰਤੀਕ ਬਣ ਕੇ ਮੇਰਾ ਯਾਰ ਦਿਲਦਾਰ ਇਮਰਾਨ ਖਾਨ ਜੀਵੇ। ਦੱਸੋ ਕਿਹੜੀ ਕਿਤਾਬ ਰੱਖੀ ਹੈ? ਦੱਸੋ ਕੀ ਰੱਖਿਆ ਮੈਂ ਆਪਣੇ ਕੋਲ? ਦੱਸੋ। ਇਹ ਬਾਬਾ ਲਿਖਾਉਂਦਾ ਹੈ। ਬਾਬਾ ਤੁਸੀਂ ਮੈਨੂੰ ਇੱਕ ਗੱਲ ਦੱਸੋ, ਸੰਤ ਕਬੀਰ ਕਿਹੜੀ ਕਲਾਸ ਪੜ੍ਹੇ ਸੀ? ਇਹ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਅੱਜ ਦੱਸ ਸਕਦੇ ਆ ਕਿ ਉਹ ਕੀ ਦੋਹਾ ਲਿਖ ਗਏ। ਤੇ ਬਾਬਾ ਨਾਨਕ ਕਿਹੜੇ ਸਕੂਲ 'ਚ ਗਏ ਸੀ? ਦੱਸ ਦਿਓ ਮੈਨੂੰ, ਤੁਸੀਂ ਦੱਸ ਦਿਓ। ਤੇ ਜੋ ਲਿਖ ਗਏ ਜਪਜੀ ਸਾਹਿਬ, ਜਿੱਥੇ ਗਏ ਸੀ ਉਹ ਪੜ੍ਹਾ ਕੇ ਦੇਖੋ ਨਾ। ਫਿਰ ਜੋ ਜਪਜੀ ਸਾਹਿਬ ਲਿਖ ਗਏ, ਮੈਂ ਅੱਜ ਵੀ ਕਹਿੰਦਾ। ਅਸੀਂ ਅੱਜ ਗੱਲ ਕਰਦੇ ਹਾਂ ਇਨਵਾਇਰਮੈਂਟ ਦੀ, ਅਸੀਂ ਗੱਲ ਕਰਦੇ ਹਾਂ ਇਨਵਾਇਰਮੈਂਟ ਦੀ, ਆ ਇਹਨਾਂ ਗੱਲਾਂ ਦੀ। ਜਪਜੀ ਸਾਹਿਬ ਪੜ੍ਹੋ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਕਿੰਨੇ ਸਾਲ ਪਹਿਲਾਂ ਬਾਬਾ ਲਿਖ ਗਿਆ। ਤੇ ਅੱਜ ਸਾਡੇ ਕੋਲ ਪੀਣ ਨੂੰ ਪਾਣੀ ਨਹੀਂ। ਕੀ ਦਰਜਾ ਦਿੱਤਾ ਬਾਬਾ ਜੀ ਨੇ? ਪਵਨ ਗੁਰੂ ਪਾਣੀ ਪਿਤਾ ਤੇ ਪੀਣ ਜੋਗਾ ਹੈ। ਉਹ ਵਿੱਚ ਤੁਸੀਂ ਦਾਰੂ ਦੀ ਗੱਲ ਕੀਤੀ ਸੀ ਜੀ। ਤੁਸੀਂ ਮਤਲਬ ਮੇਰਾ ਸ਼ਾਕਾਹਾਰੀ ਮਾਸਾਹਾਰੀ ਸ਼ਾਕਾਹਾਰੀ ਹੋ ਕੀ ਹੈ? ਮੈਂ ਵੀਗਨ ਹਾਂ। ਮੈਂ ਦੁੱਧ ਵੀ ਨਹੀਂ ਪੀਂਦਾ। ਦੁੱਧ ਵੀ ਨਹੀਂ ਪੀਂਦੇ? ਨਾ। ਚਾਹ ਵੀ ਨਹੀਂ ਪੀਂਦੇ? ਨਾ। ਵੀਗਨ, ਮੈਂ ਕੰਪਲੀਟ ਵੀਗਨ ਹਾਂ। ਨਾ ਮੈਂ ਮਿਲਕ ਪ੍ਰੋਡਕਟ ਲਵਾਂ, ਨਾ ਮੈਂ ਰਿਫਾਈਨਡ ਖਾਵਾਂ, ਤੇ ਪਿਓਰ ਵੈਜੀਟੇਰੀਅਨ। ਮੈਂ 1992 ਦੇ ਵਿੱਚ ਸ਼ਿਕਾਰ ਖੇਡਣ ਜਾਂਦਾ ਹੁੰਦਾ, ਮੇਰਾ ਦੋਸਤ ਹੈ ਬਣੀ, ਤੇ ਉਹ ਸ਼ਿਕਾਰ ਖੇਡਦੇ ਦੇਖਿਆ ਉਹਨੇ ਹਿਰਨੀ ਮਾਰੀ, ਤੇ 2 ਸੂਰ ਪਟਿਆਲੇ ਵਾਲੀ ਬੀੜ ਦੇ ਵਿੱਚ
ਉਹ ਮਾਰੇ ਉਦੋਂ ਅਲਾਉਡ ਤੇ ਸੀ। ਹਾਂ ਅਲਾਉਡ ਸੀ ਉਦੋਂ। ਤੇ 1992 ਦੀ ਗੱਲ ਹੈ ਇਹ, 1991 ਦੀ ਗੱਲ ਹੈ। ਉਹ ਤੋਂ ਜ਼ਿਆਦਾ ਵੱਧ ਜਾਂਦੇ ਹੁੰਦੇ ਉਦੋਂ ਕਹਿੰਦੇ ਹੁੰਦੇ ਸੀ ਉਹ ਪਟਿਆਲੇ ਵਾਲੀ ਬੀਟ ਦੇ ਵਿੱਚ। ਤੇ ਉਹ ਕੈਂਡਲ ਜੀ ਹੁੰਦੀ ਸੀ 1000 ਕੈਂਡਲ ਪਾਰਕਸ ਵਾਲੀ, ਤੇ ਉਹ ਲਾ ਕੇ ਸਵੇਰੇ ਉਹ ਫਿਰ ਮੀਟ ਵੱਢਦੇ ਹੁੰਦੇ ਸੀ, ਸ਼ੇਅਰ ਦਿੰਦੇ ਹੁੰਦੇ ਸੀ। ਜਦੋਂ ਉਹ ਹਿਰਨੀ ਵੱਢੀ, ਬੁਲ ਟੈਰੀਅਰ ਸੀ, ਉਹ ਬੁਲ ਟੈਰੀਅਰ ਉਹਦੇ ਪੱਟ 'ਚ ਗੋਲੀ ਵੱਜੀ ਤੇ ਉਹ ਵਿੰਗ ਹੋ ਗਈ ਤੇ ਉਹਨੂੰ ਝਾੜਾਂ 'ਚੋਂ ਖਿੱਚ ਲਿਆ ਕੁੱਤੇ। ਮੈਨੂੰ ਨਹੀਂ ਚੰਗਾ ਲੱਗਿਆ। ਸਵੇਰੇ ਜਦੋਂ ਵੱਢੀ ਤੇ ਬਣਿਆ ਬਣਾਇਆ ਫੀਟਸ ਬੱਚਾ ਉਹਦੇ ਅੰਦਰੋਂ ਨਿਕਲਿਆ। ਤੇ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ, ਮੈਨੂੰ ਉਲਟੀ ਆਈ ਤੇ ਮੈਂ ਨਾਲੀ ਤੇ ਬਹਿ ਗਿਆ ਜਾ ਕੇ। 2 ਸਕਿੰਟਾਂ ਬਾਅਦ ਮੈਂ ਉੱਥੋਂ ਉੱਠਿਆ, ਗੱਡੀ ਨੂੰ ਸੈਲਫ ਮਾਰਿਆ। ਉਹ ਕਹਿੰਦੇ ਰੁਕ ਜਾ, ਮੈਂ ਰੁਕਿਆ ਨਹੀਂ। ਉਹ ਦਿਨ 1992 ਦਾ ਤੇ ਮੈਂ ਅੱਜ ਤੱਕ ਕਦੇ ਮਾਸ ਵੱਲ ਝਾਕਿਆ ਨਹੀਂ, ਬੰਦੂਕ ਮੈਂ ਹੱਥ 'ਚ ਫੜੀ ਨਹੀਂ। ਉਹ ਦਿਨ ਸੀ ਅੱਜ ਦਾ ਦਿਨ, ਜ਼ਿੰਦਗੀ ਬਦਲ ਗਈ ਪੂਰੀ। ਧਿਆਨ 'ਚ ਗਿਆ, ਸਿਮਰਦਾ ਇੱਕ ਓਮਕਾਰ ਸਤਨਾਮ ਕਰਤਾ ਪੁਰਖ, ਸਿਮਰਦਾ ਇੱਕ ਦਿਨ ਅਨੁਭਵ ਹੋਇਆ ਕਿ ਨਵਜੋਤ ਸਿਆਂ ਹੁਣ ਸ਼ਾਕਾਹਾਰੀ ਪਰਮਾਨੈਂਟ ਤੂੰ ਬਣ ਗਿਆ, ਹੁਣ ਜ਼ਿੰਦਗੀ ਵੀ ਇਹੋ ਜਿਹੀ ਕਰ ਵੀ ਯੋਗੀ ਹੋ, ਕਿਉਂਕਿ 8 ਪਹਿਰ ਉਸ ਪਰਮਾਤਮਾ ਦੀ ਆਰਾਧਨਾ ਕਰ। ਉਧਰ ਨੂੰ ਤੁਰ ਪਏ। ਜਿੱਦਣ ਉਦਣ ਤੁਰਿਆ ਮੈਂ ਤੇ ਸਕੂਲ ਦੇ ਵਿੱਚ, ਜੇ ਮੈਨੂੰ ਕੋਈ ਕਹਿੰਦਾ ਨਾ ਕਿ ਭਾਈ, ਮੇਰਾ ਪ੍ਰੋਫੈਸਰ ਮੈਨੂੰ ਕਹਿੰਦਾ ਕਿ ਸਵੇਰੇ ਯਾਰ ਡਿਬੇਟ ਹੈ ਤੇ ਸਵੇਰੇ ਆ ਕੇ ਤੂੰ ਡਿਬੇਟ 'ਚ ਪਾਰਟਿਸਪੇਟ, ਮੈਂ 3 ਦਿਨ ਦੀ ਛੁੱਟੀ ਲੈ ਲੈਂਦਾ ਸੀ। ਮੈਂ ਇੰਨਾ ਸ਼ਾਇ ਸੀ, ਮੈਂ ਇੰਨਾ ਘਬਰਾਉਂਦਾ ਸੀ ਪਬਲਿਕ ਸਪੀਕਿੰਗ ਤੋਂ। ਤੁਸੀਂ ਮੈਂ ਕਿਹਾ ਤੁਸੀਂ ਬਹੁਤ ਸ਼ਰਮੀਲੇ ਮੈਂ ਤੁਹਾਨੂੰ ਦੱਸ ਰਿਹਾ ਇਹ ਝਾਕਾ ਕਦੋਂ ਖੁੱਲਿਆ? ਇਹੀ ਤਾਂ ਦੱਸ ਰਿਹਾ ਤੁਹਾਨੂੰ ਕਿ ਮੈਂ ਮਤਲਬ ਜੇ ਮੈਨੂੰ ਕੋਈ ਕਹਿੰਦਾ ਕਿ ਭਾਈ ਡਿਬੇਟ 'ਚ ਤਾਂ ਮੈਂ 3 ਦਿਨ ਦੀ ਛੁੱਟੀ ਲੈ ਲੈਂਦਾ। ਤੇ ਤੁਸੀਂ ਇਸ ਗੱਲ ਨੂੰ ਮੰਨੋਗੇ ਨਹੀਂ, ਮੈਂ ਅਸੈਂਬਲੀ 'ਚ ਜਿੱਦਣ ਪ੍ਰੀਫੈਕਟ ਬਣਿਆ ਤੇ ਉਹਨਾਂ ਨੇ ਕਿਹਾ ਜੀ ਸਕੂਲ ਡਿਸਪਰਸ ਕਹਿਣਾ। ਅੱਛਾ। ਤੇ ਮੇਰੀਆਂ ਟੰਗਾਂ ਦੜ ਕੰਬਣ, ਤੇ ਮੈਂ ਸਕੂਲ ਦੇ ਮੂਹਰੇ ਆ ਕੇ ਕਿਹਾ ਠਾ ਬੇਹੋਸ਼। ਸਟ੍ਰੈਚਰ ਤੇ ਚੁੱਕ ਕੇ ਲੈ ਕੇ ਗਏ ਮੈਨੂੰ। ਤੇ ਜਦੋਂ ਬਾਬਾ ਸਿਮਰਿਆ, ਕੱਲਾ ਮੂਲ ਮੰਤਰ, ਦੇਖੋ ਮੇਰੀ ਮਾਂ ਹਿੰਦੂ ਸੀ ਪਰ ਸਿਖਾ ਕੇ ਮੈਨੂੰ ਗਈ ਮੂਲ ਮੰਤਰ, ਕਿਉਂਕਿ ਮੇਰਾ ਬਾਪੂ ਉਹਨੂੰ ਸਮਝਾਉਂਦਾ ਹੁੰਦਾ ਸੀ ਵੀ ਇਹ ਦੇਖ ਆ ਇਹੋ ਹੀ ਹੈ। ਚਾਹੇ ਗਾਇਤਰੀ ਪੜ੍ਹ ਲਓ, ਚਾਹੇ ਮੂਲ ਮੰਤਰ ਪੜ੍ਹ ਲਓ, ਤੇ ਚਾਹੇ ਭਗਵਾਨ ਸ਼ੰਕਰ ਦਾ ਤੁਸੀਂ ਉਹ ਲਾਅ ਇੱਕ ਹੈ ਮੇਰੇ ਅੰਦਰ, ਜਿਹੜੀ ਮੈਂ ਲਾਅ ਦੇਖਦਾ ਉਹ ਇੱਕ ਹੈ। ਔਰ ਉਹ ਹਰ ਰੋਜ਼ ਮੈਨੂੰ ਕਹਿੰਦੀ ਆ ਵੱਲ੍ਹਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਬੰਦੇ। ਉਹ ਨੂਰ ਤੁਹਾਡੇ ਅੰਦਰ ਹੀ ਹੈ। ਜਿੱਦਣ ਉਹਦੇ ਨੂਰ ਦੇ ਨਾਲ ਇੱਕ ਹੋਇਆ, ਫਿਰ ਜਪਦਾ ਬਾਬੇ ਦਾ ਨਾਂ, ਫਿਰ ਕੋਈ ਭੈ ਨਹੀਂ ਰਿਹਾ। ਅੱਛਾ। ਭਾਵੇਂ ਭਾਵੇਂ ਪ੍ਰਧਾਨ ਮੰਤਰੀ ਹੋਵੇ ਤੇ ਭਾਵੇਂ ਕਿਹੜਾ ਹੀ ਕੋਈ ਮੰਤਰੀ ਹੋਵੇ, ਫਿਰ ਸੱਚ ਬੋਲਣ ਦਾ ਮਾਦਾ ਆ ਗਿਆ। ਔਰ ਇਹ ਜਿਹੜੇ ਸ਼ੇਰੋ ਸ਼ਾਇਰੀ ਤੁਸੀਂ ਕਹਿੰਦੇ ਹੋ, ਇਹ ਕਿਸੇ ਕਿਤਾਬ 'ਚੋਂ ਨਹੀਂ ਪੜ੍ਹੀ, ਇਹ ਕਿਸੇ ਕਿਤਾਬ 'ਚੋਂ ਨਹੀਂ ਪੜ੍ਹੀ ਹੈ। ਖੁਸ਼ਕਿਸਮ ਤੋਂ ਬਸ ਇਹ ਮਤਲਬ ਇਹ ਦੇਖੋ, ਇਹੀ ਹੈ ਪ੍ਰਤਾਪ। ਅੱਛਾ, ਇਹ ਜਿਹੜੀ ਰੂਪ ਤੁਹਾਡਾ ਸੱਜ ਸਜਾ ਜਿਹੜਾ ਬਣ ਠਣ ਕੇ ਰਹਿਣਾ, ਇਹ ਕਾਰਨ ਹੈ, ਬੜਾ ਵੱਡਾ ਕਾਰਨ ਹੈ। ਇਹ ਕਦੋਂ ਦਾ ਇਹ ਕਾਰਨ ਹੈ ਬਹੁਤ ਵੱਡਾ। ਸਿੱਖਾਂ ਦਾ ਮਾਹੌਲ ਉਡਾਉਂਦੇ ਹੁੰਦੇ ਸੀ ਫਿਲਮਾਂ 'ਚ, ਉਹ ਇੱਕ ਪਟਕੀ ਜੀ ਬੰਨ੍ਹ ਕੇ ਹੈ ਤੇ ਉਹ ਐਂ ਦਿਖਾਉਂਦੇ ਹੁੰਦੇ ਜੀ, ਪਤਾ ਨਹੀਂ ਵਿਗਾੜ ਕੇ ਚਿਹਰਾ। ਮੈਂ ਦੇਖਿਆ ਮਹਾਰਾਜਾ ਯਾਦਵਿੰਦਰ ਸਿੰਘ ਨੂੰ, ਮੈਂ ਦੇਖਿਆ ਕਈ ਜਰਨੈਲ, ਮੈਂ ਦੇਖਿਆ ਸਾਡੇ ਸਿੱਖਾਂ ਨਾਲੋਂ ਸੋਹਣਾ ਹੈ ਹੀ ਨਹੀਂ ਕੋਈ ਸਾਨੂੰ ਪਛਾਣ ਦਿੱਤੀ। ਨਾਮ ਹੀ ਖੋਦੋਗੇ ਤਾਂ ਕਿਧਰ ਜਾਓਗੇ, ਔਰ ਪਹਿਚਾਨ ਖੋਦੋਗੇ ਲੱਲਾ ਤੋਂ ਬਿਖਰ ਜਾਓਗੇ। ਇਹ ਮੇਰੀ ਪਛਾਣ ਹੈ, ਇਹ ਦਸਮ ਪਾਤਸ਼ਾਹ ਸਰਬੰਸ ਦੇ ਦਾਨੀ ਦੀ ਦਿੱਤੀ ਮੇਰੀ ਆਨ ਬਾਨ ਸ਼ਾਨ ਹੈ। ਤੇ ਜੇ ਮੈਂ ਇਹਦੇ ਤੇ ਖਿਆਲ ਨਹੀਂ ਰੱਖ ਸਕਦਾ ਤੇ ਮੈਨੂੰ ਮੇਰਾ ਪਿਓ ਕਹਿੰਦਾ ਉਹਨੇ, ਪੁੱਤਰ ਸ਼ਕਲ ਮਾੜੀ ਹੋਵੇ ਚੱਲੂਗਾ, ਪੱਗ ਮਾੜੀ ਹੋਵੇ ਨਾ ਤੇ ਸ਼ਕਲ ਫਿਰ ਆਪੇ ਮਾੜੀ ਹੋ ਜਾਂਦੀ ਹੈ। ਤੇ ਜੇ ਸਾਫਾ ਵਧੀਆ ਸਜਿਆ ਹੋਵੇ ਨਾ ਤੇ ਸ਼ਕਲ ਕਹੇ ਜੀ ਵੀ ਹੋਵੇ ਬੰਦਾ ਜੱਚਦਾ। ਇਹ ਤੇਰੀ ਸ਼ਾਨ ਹੈ। ਤੇ ਇਸ ਕਰਕੇ ਜਦੋਂ ਮੈਂ ਕ੍ਰਿਕਟ ਛੱਡੀ, ਮੈਂ ਆਈ ਮੇਡ ਸ਼ੋਰ ਦੈਟ ਮੈਂ ਇਕੱਲਾ ਨਿਕਲਦਾ ਸੀਗਾ ਆਪਣੀ ਸ਼ਾਪਿੰਗ ਦੇ ਲਈ। ਮੈਨੂੰ ਪਤਾ ਨੌਜਵਾਨਾਂ ਨੂੰ ਕੀ ਇਨਸਪਾਇਰ ਕਰਦਾ, ਕੀ ਇੰਪ੍ਰੈਸ ਕਰਦਾ। ਮੈਂ ਇਕੱਲਾ ਹੀ ਆਪਣੀ ਵਿਲੱਖਣ ਪਛਾਣ ਰੱਬ ਨੂੰ ਮੰਗਦਾ ਸੀ ਤੇ ਰੱਬ ਮੈਨੂੰ ਦਿੰਦਾ ਸੀ। ਤੇ ਮੈਂ ਕਹਿੰਦਾ ਸੀ ਰੱਬਾ ਕੀ ਕਰਨਾ। ਮੈਂ ਹਰ ਚੀਜ਼ ਕਰਨ ਤੋਂ ਪਹਿਲਾਂ ਅੱਖਾਂ ਮੂੰਦ ਕੇ ਉਸ ਪਰਮਾਤਮਾ ਨੂੰ ਪੁੱਛਦਾ। ਤੇ ਰੰਗਾਂ ਦਾ ਵੀ ਬਹੁਤ ਸ਼ੌਕ ਹੈ। ਤੇ ਰੰਗ ਮੈਨੂੰ ਤਾਕਤ ਦੱਸੋ ਤੁਸੀਂ। ਆ ਵੇਖੋ ਲਾਲੀ ਮੇਰੇ ਲਾਲ ਦੀ ਚਿੱਤ ਦੇਖੋ ਚਿੱਤ ਲਾਲ ਹੈ। ਮੈਨੂੰ ਪਤਾ ਲੱਗਿਆ ਤੁਸੀਂ ਪੱਗ ਰੰਗੀ ਰੰਗਾਈ ਨਹੀਂ ਲੈਂਦੇ ਨਾ। ਮੈਂ ਪਹਿਲਾਂ ਸੂਟ ਲੈਣਾ ਆਪਣਾ, ਪਹਿਲਾਂ ਆਪਣਾ ਕੱਪੜਾ ਲੈਣਾ, ਫਿਰ ਮੇਰੇ ਕੋਲ ਲਲਾਰੀ ਸਪੈਸ਼ਲ ਨੇ, ਭਾਵੇਂ 50 ਰੁਪਏ ਵੱਧ ਲੱਗਣ, 100 ਹੱਕ ਲਾ ਦੇ ਮੇਰੇ। ਫਿਰ ਮੈਂ ਕਹਿੰਦਾ ਰੰਗ ਪੁੱਤ ਇਹਨੂੰ ਨਾਲ ਪੂਰਾ ਮੈਚ ਕਰਦਾ ਹੋਵੇ, ਮਾੜਾ ਮੋਟਾ ਕੋਈ ਫਰਕ ਰਹੇ ਤੇ ਉਹਦੀ ਸਜਦਾ ਹੋਵੇ ਤੇ ਫਿਰ ਫਰਕ ਠੀਕ ਹੈ। ਗੱਲ ਨੂੰ ਸਮਝੋ। ਸਿੱਖਾਂ ਦੀ ਸ਼ਾਨ ਬਣਾਉਣੀ ਹਰ ਸਿੱਖ ਦਾ ਫਰਜ਼ ਹੈ, ਹਰ ਸਿੱਖ ਦਾ ਧਰਮ ਹੈ। ਮੈਂ ਕਈ ਵਾਰ ਦੇਖਦਾ ਹੁੰਦਾ ਬੱਚੇ ਪਟਕੇ ਬੰਨ੍ਹ ਕੇ ਫਿਰਦੇ ਹੁੰਦੇ ਆ, ਜਾਂ ਤੇ ਮਤਲਬ ਬਾਲ ਨਾ ਹੋਣ ਤੱਕ ਠੀਕ ਹੈ, ਜਦੋਂ ਤੁਸੀਂ ਪਟਕਾ ਜਿਹਾ ਬੰਨ੍ਹ ਕੇ ਬਾਹਰ ਨੂੰ ਨਿਕਲ ਜਾਂਦੇ ਹੋ, ਸਮਝੋ ਨਹੀਂ, ਉਹ ਜੱਚਦਾ ਨਹੀਂ।
ਇਸ ਕਰਕੇ ਇਹ ਸਾਡੀ ਸਭ ਤੋਂ ਵੱਡੀ ਸ਼ਾਨ ਹੈ। ਔਰ ਮੈਨੂੰ ਜਦੋਂ ਵੀ ਮੈਂ ਸਾਫਾ ਬੰਨ੍ਹਦਾ, ਜਦੋਂ ਵੀ ਮੈਂ ਪੱਗ ਦਾ ਲੜ ਘੁਮਾਉਣਾ, ਤੇ ਮੈਨੂੰ ਦਸ਼ਮੇਸ਼ ਪਿਤਾ ਦਾ ਹਮੇਸ਼ਾ ਖਿਆਲ ਆਉਂਦਾ, ਉਹਨਾਂ ਦੇ ਬਲੀਦਾਨ ਦਾ ਖਿਆਲ ਆਉਂਦਾ, ਜਿਹਨੇ ਜੰਗਲਾਂ 'ਚ ਜ਼ਿੰਦਗੀ ਕੱਢੀ, ਕੌਮ ਦੀ ਖਾਤਰ ਸਭ ਕੁਝ ਵਾਰਤਾ, ਜਿਹਨੇ ਕੌਮ ਨੂੰ ਐਡੀ ਵੱਡੀ ਸੇਧ ਦਿੱਤੀ ਕਿ ਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਵੀ ਸ਼ਬਦ ਆਪਣਾ ਨਾ ਪਾਇਆ ਹੋਵੇ ਹੈਂ, ਔਰ ਕਿਸ ਤਰ੍ਹਾਂ ਅਸਿਮੀਲੇਟ ਕਰਕੇ ਉਹ ਸਾਰਾ ਕੁਝ ਇਕੱਠਾ ਕਰਕੇ ਕਿਹਾ ਹੈਂ, ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਹ ਗ੍ਰੰਥ ਸਾਡੇ ਲਈ ਸਭ ਕੁਝ ਹੈ, ਉਹ ਤੋਂ ਮਨਫੀ ਸਾਡਾ ਜੀਵਨ ਕੱਖ ਨਹੀਂ। ਅਤੇ ਮੈਂ ਤੁਹਾਨੂੰ ਕਿਹਾ ਨਾ ਕਿ ਜਿਹੜਾ ਉਸ ਆਗਿਆ ਦੇ ਅੱਗੇ ਅੜੂਗਾ ਉਹ ਕੱਖ ਨਹੀਂ, ਅਤੇ ਜਿਹੜਾ ਉਹਨੂੰ ਹੁਲਾਰਾ ਦਊ ਉਹ ਫਿਰ ਲੱਖਾਂ ਦੇ ਲੱਖ ਨਹੀਂ। ਕੋਈ ਪਛਤਾਵਾ ਵੀ ਹੈ ਕੋਈ? ਜ਼ਿੰਦਗੀ 'ਚ ਕੋਈ ਪਛਤਾਵਾ ਨਹੀਂ, ਕੋਈ ਨਹੀਂ, ਜ਼ਿੰਦਗੀ 'ਚ ਕੋਈ ਪਛਤਾਵਾ ਨਹੀਂ, ਕਿਉਂਕਿ ਨਿਰਣਾ ਹੀ ਗੁਰੂ ਤੋਂ ਪੁੱਛ ਕੇ ਲਈਦਾ, ਨਿਰਣਾ ਹੀ ਸੱਚ 'ਤੇ ਲਈਦਾ। ਇਸ ਕਰਕੇ ਜ਼ਿੰਦਗੀ 'ਚ ਹਾਰ ਕੋਈ ਨਹੀਂ ਹੋਣੀ। ਦੇਖੋ ਤੁਸੀਂ, ਮੈਂ ਫੇਲਰ, ਇੱਕ ਗੱਲ ਤੁਹਾਨੂੰ, ਫੇਲਰ ਨਹੀਂ ਕਦੇ, ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ। ਮੇਰੀ ਮਾਂ ਨੇ 2 ਨੁਕਤੇ, ਬਾਪ ਦੀ ਹੋਈ ਇਸਤਕਬਾਲ ਕਿ ਵੈਨ ਇਨ ਡਾਊਟ ਵਾਕ ਸਟ੍ਰੇਟ, ਵਾਕ ਦ ਪਾਥ ਆਫ ਟਰੁਥ, ਨੈਵਰ ਕੰਪਰੋਮਾਈਜ਼ ਔਨ ਮੋਰਲ ਵੈਲਿਊਜ਼, ਯੂ ਵਿਲ ਨੈਵਰ ਬੀ ਡਿਫੀਟਡ। ਸਮਝੋ, ਅੱਜ ਤੱਕ ਹਾਰ ਦਿਖਾਤਾ। ਅਤੇ ਜੇ ਉਹ ਪਲ ਦੀ ਹਾਰ ਹੋਈ ਕਿ 0 ਤੇ ਆਊਟ ਹੁੰਦਾ, ਹੁਣ ਸਚਿਨ ਤੇਂਦੁਲਕਰ ਵੀ ਹੁੰਦਾ ਹੈ, ਲੇਕਿਨ ਉਹ ਤੋਂ ਸਿੱਖਿਆ ਔਰ ਉਸ ਤੋਂ ਅੱਗੇ ਗਏ। ਹਾਰ ਉਹਦੀ ਹੁੰਦੀ ਹੈ ਭਾਜੀ ਜਿਹਦੇ ਪੱਲੇ ਕਿਰਦਾਰ ਨਹੀਂ ਹੁੰਦਾ। ਬਾਬੇ ਨੂੰ ਕਿਸੇ ਨੇ ਪੁੱਛਿਆ, ਬਾਬਾ ਨਾਨਕ ਨੂੰ, ਕਿ ਆਹ 5 ਮੋਰੀਆਂ ਵਾਲਾ ਬਰਤਨ ਹੈ, ਇਹ 'ਚ ਪਾਣੀ ਨਹੀਂ ਖੜਦਾ, ਇਹ ਕਿਵੇਂ ਖੜਾਈਏ ਬਾਬਾ ਜੀ? ਉਹ ਕਹਿੰਦਾ ਇਹਨੂੰ ਪਾਣੀ 'ਚ ਡੁਬੋ ਦਿਓ, ਆਪੇ ਖੜ ਜੂ। ਇਹਦਾ ਮਤਲਬ ਇਹ ਹੈ ਵੀ ਤੁਹਾਡੀਆਂ ਜਿਹੜੀਆਂ 5 ਇੰਦਰੀਆਂ ਨੇ, ਇਹ ਇੰਨੀਆਂ ਪ੍ਰਬਲ ਨੇ ਪਰਮਾਤਮਾ ਦੇ, ਪਰਮੇਸ਼ਵਰ ਦੇ, ਗੁਰੂ ਗ੍ਰੰਥ ਸਾਹਿਬ ਦੇ ਨਾਮ ਦੇ ਬਿਨਾਂ ਇਹ ਮਰ ਹੀ ਨਹੀਂ ਸਕਦੀਆਂ, ਸ਼ਿਥਲ ਹੋ ਹੀ ਨਹੀਂ ਸਕਦੀਆਂ। ਅਤੇ ਜੇ ਇਹਨਾਂ ਨੂੰ ਸ਼ਿਥਲ ਕਰਨਾ ਹੈ, ਕੋਈ ਜਨਾਨੀ ਸਿੱਟ ਦੂ, ਪੈਸੇ ਦਾ ਲੋਭ ਸਿੱਟ ਦੂ, ਹੋਰ ਨਹੀਂ, ਪਰੌਂਠੇ ਖਾ ਖਾਈ 45 ਸਾਲ ਤੇ ਹਾਰਟ ਅਟੈਕ ਹੋ ਜੂ ਹੈਂ। ਇਹ 5 ਇੰਦਰੀਆਂ, ਅਤੇ ਜਿਹੜਾ ਬੰਦਾ ਉਹਦੇ 'ਚ ਰਿਮ ਗਿਆ, ਜਿੰਨੀ ਨਾਮ ਤਿਹਾਇਆ ਗਏ ਮੁਸੱਕਤ ਕਾਲ, ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ। ਤੇ ਮੂੰਹ ਦੇ ਉੱਤੇ ਹੱਥ ਲਾ ਕੇ ਦੇਖੋ, ਕਰੀਮ ਤਾਂ ਨਹੀਂ ਲੱਗੀ ਨਾ, ਪਰ ਚਿਹਰਾ ਕਸ਼ਮੀਰੀ ਸਿਓ ਵਰਗਾ। ਕਿਉਂ? ਇਹ ਨਾਮ ਦੀ ਤਾਕਤ ਹੈ। ਇਹ ਕੋਈ ਅਨੁਭਵ ਕਰੇ। ਮੈਂ ਮੰਨਦਾ ਨਹੀਂ, ਬੱਲੀ ਭਾਜੀ ਇੱਕ ਗੱਲ ਯਾਦ ਰੱਖਿਓ, ਮੰਨਣਾ ਤੇ ਜਾਣਨਾ ਇਹ ਬੜਾ ਫਰਕ ਹੈ। ਮੰਨਦਾ ਉਹ ਹੁੰਦਾ ਜਿਹੜਾ ਕਹਿੰਦਾ ਮੈਂ ਆਈ ਬਿਲੀਵ ਇਨ ਇਟ। ਬਿਲੀਵ ਇਨ ਇਟ ਮਤਲਬ ਕਿਸੇ ਹੋਰ ਦੀ ਬਿਲੀਫ ਹੈ, ਮੈਂ ਉਹਨੂੰ ਮੰਨਦਾ। ਮੈਂ ਮੰਨਦਾ ਨਹੀਂ, ਮੈਂ ਜਾਣਦਾ, ਕਿਉਂਕਿ ਉਹ ਮੇਰਾ ਅਨੁਭਵ ਹੈ। ਸਵੇਰੇ 3-3:30 ਵਜੇ ਉੱਠ ਕੇ ਲੀਨ ਅਸ਼ਰੂ ਬਹਿੰਦਿਆਂ ਦੇ ਵਿੱਚ ਆਪਣੇ ਅੰਦਰ ਉਸ ਲਾਟ ਦੇ ਨਾਲ, ਉਸ ਲੌ ਦੇ ਨਾਲ, ਜਿਹੜੀ ਕਿ ਇੰਦਰੀਆਂ ਤੋਂ ਲੱਖਾਂ ਗੁਣਾ ਜ਼ਿਆਦਾ ਖੁਸ਼ੀ ਦਿੰਦੀ, ਆਨੰਦ ਪਿਆ ਮੇਰੀ ਮਾਂ ਹੈ ਸਤਿਗੁਰੂ ਮੈਂ ਪਾਇਆ, ਉਹ ਆਨੰਦ ਦੇ ਵਿੱਚ ਰਹਿਣਾ। ਔਰ ਪਰਮਾਤਮਾ ਹੈ ਸਤ ਚਿਦਾਨੰਦ, ਤੁਹਾਡੀ ਜਿਹੜੀ ਉਹ ਸੱਚ ਜਿਹੜਾ ਚਿੱਤ ਨੂੰ ਆਹਲਾਦਿਤ ਕਰਦੇ। ਮਤਲਬ ਸਟਰੈਂਥ ਹੈਗੀ, ਠੀਕ ਹੈ, ਸਭ ਕੁਝ ਤੁਹਾਡੀ ਪ੍ਰਾਪਤੀਆਂ ਵੀ ਬੜੀਆਂ ਨੇ। ਕੋਈ ਪ੍ਰਾਪਤੀ ਨਹੀਂ, ਮੈਂ ਕਹਿੰਦਾ ਇੱਕ, ਔਰ ਇਹ ਵੀ ਤੁਹਾਨੂੰ ਦੱਸਦੇ ਹਾਂ, ਬੜੇ ਲੋਕ ਕਹਿੰਦੇ ਮੈਂ ਪ੍ਰਾਪਤ ਕੀਤੀ। ਜਿੰਨੇ ਹੰਕਾਰੀ ਹੋਣਗੇ ਉਹ ਕਹੂਗਾ ਮੈਂ ਐਂ ਕੀਤਾ, ਮੈਂ ਆਹ ਕਰਤਾ, ਮੈਂ ਆਹ ਕਰਤਾ। ਉਹ ਤੇਰੀ ਔਕਾਤ ਕੀ ਹੈ ਉਹ ਬੰਦਿਆ? ਤੂੰ ਇੱਕ ਦਮਦ ਹੈ, ਇੱਕ ਬੁਲਬੁਲੇ ਵਰਗਾ ਹੈ ਤੂੰ ਹੈਂ। ਇੱਕ ਸਾਹ ਨਾ ਹੋਵੇ ਤੇ ਤੂੰ ਨਹੀਂ, ਤੇਰੀ ਕਾਹਦੀ ਔਕਾਤ ਹੈ? ਕੀਤਾ ਉਸ ਪਰਮੇਸ਼ਵਰ ਦੇ ਨਾਮ ਨੇ। ਮੈਂ ਪ੍ਰਯਾਸ ਕੀਤਾ, ਔਰ ਮੇਰਾ ਫਾਦਰ ਪੁਰਾਣਾ ਇੱਕ ਗੱਲ ਅੱਜ ਵੀ ਮੇਰੇ ਅੰਦਰ ਗੂੰਜਦੀ ਹੈ, ਮਾਨ ਔਰ सम्मान ਉਹਨੂੰ ਨਹੀਂ ਮਿਲਦਾ ਬੱਲੀ ਭਾਜੀ ਜਿਹੜਾ ਇਹਦੀ ਇੱਛਾ ਕਰਦਾ। ਇਹ ਹਮੇਸ਼ਾ ਉਹਨੂੰ ਮਿਲਦਾ ਜਿਹੜਾ ਇਹਦੀ ਇੱਛਾ ਕਰੇ ਬਗੈਰ ਆਪਣੇ ਫਰਜ਼ ਦੇ ਉੱਤੇ, ਆਪਣੇ ਕਰਤੱਵਯ ਪੱਥ ਦੇ ਉੱਤੇ ਡਟਿਆ ਰਹਿੰਦਾ। ਸਾਨੂੰ ਦਿਖਦਾ ਹੀ ਕੁਛ ਨਹੀਂ, ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਬੈਰ, ਸਿੱਧੂ ਮੰਗੇ ਪੰਜਾਬ ਦੀ ਖੈਰ। ਕੁਝ ਲੋਕ ਕਹਿੰਦੇ ਨੇ, ਜਾਂ ਕਈ ਵਾਰੀ ਮਤਲਬ ਉਹ ਪ੍ਰਭਾਵ ਇਹ ਦਿੰਦੇ ਨੇ ਤੁਹਾਡੇ ਬਾਰੇ ਵੀ ਤੁਸੀਂ ਇੰਡੀਵਿਜੂਅਲਿਸਟ ਹੈਗੇ। ਹੁਣ ਮੈਂ ਦੱਸਦਾ ਤੁਹਾਨੂੰ, दुनिया में सबसे बड़ा रोग मेरे बारे में क्या कहेंगे लोग? ये रोग मैनू है नहीं। मैं उन्होंने लोगों को जवाबदेही नहीं जिहड़े जल भुन के पुट्टा हो जाते हैं, जिहड़े फूकी तुरी जाते हैं, वो मेरी जिम्मेवारी नहीं। मैं जिम्मेवार हाँ अपने अंदर परमेश्वर में। आई एम अकाउंटेबल टू माई ओन कॉन्शियंस। अपने अंदर जदों बंदा जवाबदेही हो जाता है फिर उन्होंने कोई फर्क नहीं पैंदा। और एक गल याद रखना, मरे कुत्ते दे लत्त नहीं मारदा कोई। ਜਿਹੜੇ ਪੇੜ ਦੇ ਫਲ ਲੱਗਦੇ ਨਾ ਰੋੜੇ ਉਸੇ ਦੇ ਵੱਜਦੇ ਆ। ਨਿੰਮ ਦੇ ਪੇੜ ਦੇ ਰੋੜਾ ਮਾਰਦਾ ਕੋਈ? ਜਾਂ ਪੁੱਛ ਕੇ ਦੇਖੋ ਕਿਸੇ ਨੂੰ। ਵਨ ਯੂ ਕ੍ਰਿਟਿਸਾਈਜ਼ ਯੂ ਆਰ ਇੰਪੋਰਟੈਂਟ, ਲੋਕਾਂ ਨੂੰ ਡਰ ਲੱਗਦਾ, ਟੀ ਟੀ ਹੁੰਦੀ ਹੈ, ਟਾਈ ਫਿਸ਼ ਹੁੰਦੀ ਹੈ। ਇਹ ਡਰ, ਇਹ ਇਨਸਿਕਿਉਰਿਟੀ। ਹੁਣ ਤਾਂ ਤੁਸੀਂ ਹੋਰ ਵੀ ਇੰਪੋਰਟੈਂਟ। ਮੇਰੀ ਗੱਲ ਨੂੰ ਸੁਣੋ,
ਦੂਜੇ ਦਾ ਹੁਣ ਪੰਜਾਬ ਤੋਂ ਬਾਹਰ ਜਿਹੜਾ ਉਹ ਕੀਤਾ ਇੱਕ ਗੱਲ ਨੂੰ ਯਾਦ ਰੱਖੋ, ਸਾਹਿਬ ਹੱਥ ਵਡਿਆਈਆਂ ਜਿਸ ਪਾਵੈ ਤਿਸ ਦੇ, ਇਹ ਉਸ ਪਰ ਨਾਮ ਯਸ਼ ਲਾਭ ਹਾਨੀ ਇਹ ਸਭ ਵਿਧੀ ਹਾਥ। ਮੈਂ ਤੁਹਾਨੂੰ ਪੰਜਾਬੀ ਵੀ ਦੱਸਦੀ, ਜੋ ਪਿਓ ਨੇ ਦੱਸਿਆ ਉਹ ਵੀ ਦੱਸਦਾ, ਜੋ ਮਾਂ ਨੇ ਦੱਸਿਆ ਉਹ ਵੀ ਦੱਸਦਾ, ਪਰ ਦੋਵੇਂ ਗੱਲ ਇੱਕੋ ਹੀ ਕਹਿੰਦੇ ਸੀ। ਇਸ ਤਰ੍ਹਾਂ ਹੀ ਧਰਮ ਭਾਵੇਂ ਅਲੱਗ ਰਸਤੇ ਆਵੇ, ਇੱਧਰੋਂ ਆਵੇ, ਜਾਣਾ ਸਮੁੰਦਰ 'ਚ ਸਭ ਮਤਲਬ ਇਹ ਭੁਲੇਖਾ ਪੈਣ ਲੱਗ ਜਾਂਦਾ ਵੀ ਇਹ ਸਿਆਸਤਦਾਨ ਕੋਈ ਅਧਿਆਤਮਕ ਬੋਲ ਰਿਹਾ ਕਿ ਸਿਆਸਤਦਾਨ ਬੋਲ ਰਿਹਾ। ਜਿੱਦਣ ਇਹ ਦੁਨੀਆ ਧਰਮ ਦੇ ਰਸਤੇ ਤੁਰਨ ਲੱਗ ਜੂਗੀ, ਇਸ ਦੁਨੀਆ 'ਚੋਂ ਬੈਰ ਮੁੱਕ ਜੂਗਾ। ਜੇ ਕੋਈ 2 ਲਾਈਨਾਂ ਬਾਣੀ ਦੀਆਂ ਪੜ੍ਹ ਕੇ ਸਮਝ ਲਵੇ, ਉਹ ਇਹ ਖੂਨ ਖਰਾਬੇ ਤੋਂ ਦੂਰ ਹੋ ਜੂਗਾ। ਡੁੱਲਾ ਕੀੜੀਆਂ ਦਾ 100 ਮਣ ਆਟਾ, ਮਾਵਾਂ ਦੇ ਇੰਨੇ ਪੁੱਤ ਡਿੱਗ ਪਏ। ਡੁੱਲਾ ਕੀੜੀਆਂ ਦਾ 100 ਮਣ ਆਟਾ, ਮਾਵਾਂ ਦੇ ਇੰਨੇ ਪੁੱਤ ਡਿੱਗ ਪਏ। ਪੈਂਦਾ ਮਾਵਾਂ ਨੂੰ ਦੋਵੇਂ ਪਾਸੇ ਘਾਟਾ, ਹਾਰੇ ਜਾਂ ਕੋਈ ਜੰਗ ਜਿੱਤ ਜਾਏ। ਕਦ ਤੱਕ ਲੜੀ ਜਾਵਾਂਗੇ ਭਾਜੀ, ਕਦ ਤੱਕ ਮਰੀ ਜਾਵਾਂਗੇ, ਕਦ ਤੱਕ ਖੂਨ ਖਰਾਬੇ 'ਚ ਪਈ ਜਾਵਾਂਗੇ। ਦੁਨੀਆ ਦਾ ਸਭ ਤੋਂ ਵੱਡਾ ਬੋਝ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ, ਸਰ ਕਦੋਂ ਹੋਊਗਾ? ਇਹ ਹੋਊਗਾ, ਇਹ ਬਾਬੇ ਦੀ ਮਿਹਰ ਦੇ ਨਾਲ ਹੋਊਗਾ। ਹੁਣ ਕਿੱਦਾਂ ਹੋਇਆ ਹੈ? ਜਿਹੜੀ 71 ਸਾਲਾਂ ਦੀ ਚੀਜ਼ ਸੀ ਹੋਈ ਨਾ। ਨਿਸ਼ਠਾ ਹੋਵੇ, ਸੱਚੀ ਨਿਸ਼ਠਾ ਹੋਵੇ, ਚੰਨ ਨੂੰ ਚਕੋਰ ਨਾਲ ਮਿਲਾ ਦਿੰਦੀ ਹੈ, ਜੀਵ ਨੂੰ ਬ੍ਰਹਮ ਨਾਲ ਮਿਲਾ ਦਿੰਦੀ ਹੈ। ਸਮਝਿਆ ਨਹੀਂ? ਇਨਸਾਨ ਇੱਕ ਐਸਾ ਇਹ ਜਾਮਾ ਹੈ ਕਿ ਰੱਬ ਨਾਲ ਇੱਕ ਹੋ ਸਕਦਾ ਬੰਦਾ ਜੇ ਚਾਹੇ ਤਾਂ। ਉਹਦੇ 'ਚ ਤਾਂਘ ਹੋਣੀ ਚਾਹੀਦੀ ਹੈ, ਉਹਦੇ 'ਚ ਭੁੱਖ ਹੋਣੀ ਚਾਹੀਦੀ ਹੈ, ਸੱਚ ਦੇ ਰਾਹ 'ਤੇ ਤੁਰਨ ਦਾ ਦਮ ਹੋਣਾ ਚਾਹੀਦਾ ਹੈ। ਗਿਆਨੀ ਜ਼ੈਲ ਸਿੰਘ ਦੇ ਗੋਦੀ 'ਚ ਬੈਠਾ ਮੈਂ, ਮੇਰੇ ਫਾਦਰ ਨਾਲ ਬਣਦੀ ਮੁਣਦੀ ਘੱਟ ਹੁੰਦੀ ਸੀ, ਕਈ ਵਾਰ ਆ ਜਾਂਦੇ ਉਹ ਵੱਡਾ ਆਦਮੀ ਸੀ, ਉਹਦੇ 'ਚ ਕੋਈ ਹੰਕਾਰ ਨਹੀਂ ਸੀ, ਉਹ ਆ ਕੇ ਬਾਹਰ ਬਹਿ ਜਾਂਦੇ ਹੁੰਦੇ। ਮੈਂ ਉਹਨੇ ਹੀ ਨੀਵੇਂ ਸੀ ਗਿਆਨੀ ਜ਼ੈਲ ਸਿੰਘ ਸਾਹਿਬ, ਅਤੇ ਮੈਂ ਕਹਿਣਾ ਵੀ ਡੈਡੀ ਉਹ ਬਰਾਂਡੇ 'ਚ ਬੈਠੇ ਆ ਅਤੇ ਤੁਸੀਂ ਮਿਲਦੇ ਨਹੀਂ, ਚਲੋ ਬੁਲਾ ਲਓ। ਫਿਰ ਉਹਨਾਂ ਨੇ ਆਉਣਾ ਅੰਦਰ, ਕਹਿਣਾ ਭਗਵੰਤ ਸਿੰਘ ਨਾਰਾਜ਼ ਹੈ। ਦੇਖੋ ਕਿੱਡਾ ਉੱਚਾ ਬੰਦਾ ਸੀਗਾ, ਮੈਨੂੰ ਸ਼ਰਮ ਆ ਜਾਂਦੀ ਸੀ। ਇਹਨੂੰ ਗੋਦੀ ਆਪ ਉੱਠ ਪੁੱਤ ਇੱਥੇ ਬੈਠਾ। ਗਿਆਨੀ ਜ਼ੈਲ ਸਿੰਘ ਦੀ ਗੋਦੀ 'ਚ ਬੈਠੇ, ਫਾਦਰ ਮੇਰਾ ਡਰਿੰਕ ਲਾਵੇ ਅਤੇ ਉਹ ਚਾਹ ਪੀਣ, ਅਤੇ ਮੇਰਾ ਕੋਟਾ, ਤੁਸੀਂ ਕਹਿੰਦੇ ਸ਼ਰਾਬ ਨਹੀਂ ਪੀਂਦੇ, ਮੇਰਾ ਕੋਟਾ ਮੇਰੇ ਫਾਦਰ ਨੇ ਖਤਮ ਕਰਤਾ। ਇਸ ਕਰਕੇ ਮੈਨੂੰ ਨਫ਼ਰਤ ਹੈ, ਮੈਂ ਪੀਂਦਾ ਨਹੀਂ। ਐਂ ਗੋਦੀ 'ਚ ਬੈਠਾ ਗਿਆਨੀ ਜੀ ਦੀ, ਕਿਆ ਆਦਮੀ ਸੀ ਉਹ। ਕਹਿੰਦਾ ਭਗਵੰਤ ਸਿੰਘ ਤੂੰ ਵੀ ਸੁਣ ਲਓ ਟਿੱਡੂ, ਮੈਨੂੰ ਟਿੱਡੂ ਕਹਿੰਦੇ, ਤੂੰ ਵੀ ਸੁਣ ਲਓ ਟਿੱਡੂ। ਕਹਿੰਦਾ ਭਗਵੰਤ ਸਿੰਘ ਲੋਮੜੀ ਕਿੰਨੀ ਵੀ ਚਲਾਕ ਹੋ ਜਾਏ। ਵਿੱਚੋਂ ਛੋਟਾ ਨਾਂ ਕੀ ਸੀ ਤੁਹਾਡਾ ਘਰ ਦਾ? ਮੇਰਾ ਨਾਮ ਸ਼ੈਰੀ। ਉਹ ਸ਼ੈਰੀ ਮੇਰੇ ਫਾਦਰ ਨੂੰ ਕਹਿੰਦੇ ਨਾ, ਉਹ ਲੇਡੀਜ਼ ਵਾਈਨ ਹੁੰਦੀ ਹੈ, ਉਹ ਲਿਆ ਕੇ ਫੜਾਈ ਮੇਰੇ ਫਾਦਰ ਨੇ। ਜਦੋਂ ਮੈਂ ਪੈਦਾ ਹੋਇਆ ਉਹਨਾਂ ਨੇ 2 ਲਾਏ, ਉਹ ਕਹਿੰਦਾ ਯਾਰ ਬੜੀ ਵਧੀਆ ਇਹ ਹੈ, ਚਲੋ ਮੇਰੇ ਮੁੰਡੇ ਦਾ ਨਾਂ ਸ਼ੈਰੀ। ਐਦਾਂ ਨਾਂ ਪਿਆ। ਅੱਛਾ, ਉਹ ਟਿੱਡੂ। ਹਾਂ ਵੀ ਸੁਣੋ ਟਿੱਡੂ। ਕਹਿੰਦਾ ਲੋਮੜੀ ਕਿੰਨੀ ਵੀ, ਗਿਆਨੀ ਜ਼ੈਲ ਸਿੰਘ ਕਹਿੰਦਾ ਲੋਮੜੀ ਕਿੰਨੀ ਵੀ ਚਲਾਕ ਹੋ ਜੇ, ਜੰਗਲ ਦਾ ਰਾਜਾ ਸ਼ੇਰ ਹੁੰਦਾ ਹੈ, ਕਿਉਂਕਿ ਸ਼ੇਰ 'ਚ ਜੁਰਤ ਹੁੰਦੀ ਹੈ। ਭਗਵੰਤ ਸਿੰਘ, ਮੇਰਾ ਫਾਦਰ ਭਗਵੰਤ ਸਿੰਘ ਰਾਜਨੀਤੀ ਚਲਾਕੀ ਦੀ ਨਹੀਂ, ਰਾਜਨੀਤੀ ਜੁਰਤ ਦੀ ਹੈ, ਅਤੇ ਜੁਰਤ ਉਹਦੇ 'ਚ ਹੁੰਦੀ ਹੈ ਜਿਹੜਾ ਸੱਚ 'ਤੇ ਖੜਾ ਹੋਵੇ। ਸਮਝਦੇ ਹੋ ਮੇਰੀ ਗੱਲ? ਇਹ ਜੁਰਤ ਆਉਂਦੀ ਉੱਥੋਂ ਹੈ, ਇਹ ਮੋਰਲ ਅਥਾਰਟੀ ਆਉਂਦੀ ਉੱਥੋਂ ਹੈ ਜਦੋਂ ਬੰਦਾ ਚਵੰਨੀ ਰਵਾਦਾਰ ਨਾ ਹੋਵੇ ਸਿਆਸਤ ਦੇ ਵਿੱਚ, ਅਤੇ ਪੱਲਿਓਂ ਲਾਉਣ ਵਾਲਾ ਹੋਵੇ। ਜਦੋਂ ਬੰਦਾ ਇੱਕ ਮਿਸ਼ਨ ਲਈ ਕੰਮ ਕਰੇ। ਰਾਜਨੀਤੀ ਬੱਲੀ ਬਾਜੀ ਗੰਦਲੀ ਹੋ ਗਈ, ਮੈਲੀ ਹੋ ਗਈ ਸਿਆਸਤ ਇੱਕ ਪ੍ਰੋਫੈਸ਼ਨ ਬਣ ਗਿਆ ਇਹੀ ਪ੍ਰੂਵ ਕਰਨਾ ਹੈ। ਔਰ ਸੂਰਜ ਪ੍ਰਮਾਣ ਨਹੀਂ ਦਿੰਦਾ ਵੀ ਉਹਦੇ 'ਚ ਪ੍ਰਕਾਸ਼ ਹੈ, ਉਹਦਾ ਤੇਜ ਪ੍ਰਮਾਣ ਹੁੰਦਾ ਹੈ। ਬਾਉਣਾ ਫੇਰ ਬਾਉਣਾ, ਚਾਹੇ ਪਰਬਤ ਦੇ ਸਿਖਰ 'ਤੇ ਖੜਾ ਹੋਵੇ, ਦੇਵਤਾ ਫੇਰ ਦੇਵਤਾ, ਚਾਹੇ ਖੂਹ ਦੀ ਗਹਿਰਾਈ 'ਚ ਖੜਾ ਹੋਵੇ। ਇਸ ਕਰਕੇ ਇਹ ਪ੍ਰਮਾਣ ਦੁਨੀਆ ਨੂੰ ਜਾਣਾ ਚਾਹੀਦਾ ਹੈ। ਦੀ ਇਮੇਜ ਆਫ ਦੀ ਅਗਲੀ ਪੋਲੀਟੀਸ਼ੀਅਨ ਮਸਟ ਬੀ ਇਰੇਜ਼ਡ। ਲੋਕੀ ਕਿਉਂ ਕਹਿੰਦੇ ਆ ਵੀ ਡਾਕਟਰ ਬਣਾਉਣਾ ਆਪਣੇ ਪੁੱਤ ਨੂੰ ਇੰਜੀਨੀਅਰ ਬਣਾਉਣਾ, ਕਿਉਂ ਨਹੀਂ ਕੋਈ ਕਹਿੰਦਾ ਵੀ ਆਪਣੇ ਪੁੱਤ ਨੂੰ ਪੋਲੀਟੀਸ਼ੀਅਨ ਬਣਾਉਣਾ? ਕਿਉਂ ਪ੍ਰੀ ਇੰਡੀਪੈਂਡੈਂਸ ਮੌਲਾਨਾ ਆਜ਼ਾਦ, ਲਾਲਾ ਲਾਜਪਤ ਰਾਏ, ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਹਾਂਜੀ ਕਿੰਨੇ ਹੀ ਇਹੋ ਜਿਹੇ ਲੋਕ, ਉਹਨਾਂ 'ਤੇ ਕਿਉਂ ਲੋਕ ਵਿਸ਼ਵਾਸ ਕਰਦੇ ਸੀ? ਅੱਛਾ, ਛੋਟੇ 2 ਸਵਾਲ ਹੋਰ, ਕਾਫੀ ਹੋ ਗਿਆ ਲੰਬਾ। ਤੁਸੀਂ ਜਿੰਨਾ ਲੰਬਾ ਖਿੱਚੋਗੇ ਉਨਾ ਹੀ ਤੁਰੂ ਮੈਂ। ਅੱਛਾ, ਇਹ ਦੱਸੋ ਕਿ ਤੁਸੀਂ ਜਦੋਂ ਖੁਸ਼ ਹੁੰਦੇ ਹੋ ਜੀ, ਆਪਣੀ ਖੁਸ਼ੀ ਮਨਾਉਂਦੇ ਕਿਵੇਂ ਹੋ? ਮੈਂ ਸਭ ਤੋਂ ਜ਼ਿਆਦਾ ਖੁਸ਼ ਉਦੋਂ ਹੁੰਨਾ ਜਦੋਂ ਮੈਂ ਪਰਮਾਤਮਾ ਦੇ ਨਾਂ 'ਚ ਲੀਨ ਹੁੰਨਾ, ਔਰ ਉਹ ਮੈਨੂੰ ਇੱਕੋ ਹੀ ਗੱਲ ਕਹਿੰਦਾ ਅੰਦਰੋਂ ਕਿ ਪੁੱਤਰ ਧਰਮ ਦੀ ਇੱਕੋ ਪ੍ਰਕਾਸ਼ਠ ਹੈ, ਭੁੱਖਿਆਂ ਨੂੰ ਰਜਾ ਦੇ, ਰੋਂਦਿਆਂ ਨੂੰ ਹਸਾ ਦੇ, ਸਮਾਜ ਦੀ ਹਰ ਰਾਹ ਦੇ ਰੋੜੇ ਨੂੰ ਹਟਾ ਦੇ, ਤੇ ਉਜੜਿਆਂ ਨੂੰ ਵਸਾ ਦੇ।
ਇਹ ਹੈ ਖੁਸ਼ੀ। ਤੁਸੀਂ ਜਾਣਨਾ ਚਾਹੁੰਦੇ ਸੀ ਨਾ ਭਾਜੀ ਖੁਸ਼ੀ, ਮੈਂ ਤੁਹਾਨੂੰ ਦੱਸਦਾ। ਇੰਨਾ ਕੁਝ ਕਰਨ ਦੇ ਬਾਅਦ ਸਤਰੰਗੀ ਜੀਵਨ ਪਰਮਾਤਮਾ ਨੇ, ਉਹਦੀ ਮਿਹਰ ਨੇ ਦਿੱਤਾ। ਉਹਦੇ 'ਚ 20 ਸਾਲ ਦੀ ਕ੍ਰਿਕਟ, ਕਮੈਂਟਰੀਆਂ, ਇਨਿਊਮਰੇਬਲ ਸ਼ੋਜ਼, ਪੋਲੀਟਿਕਸ, ਫਿਲਮਾਂ, ਮੇਰਾ ਪਿੰਡ ਮਾਈ ਹੋਮ ਉਹ ਵੀ ਕਰ ਲਈ ਹੈ, ਮੇਰਾ ਪਿੰਡ, ਉਹ ਕੋਈ ਚੀਜ਼ ਛੱਡੀ ਨਹੀਂ। ਮੋਟੀਵੇਸ਼ਨਲ ਟਾਕਸ 1300, ਕੋਈ ਇਹੋ ਜਿਹਾ ਵੱਡਾ ਕਾਰਪੋਰੇਟ ਨਹੀਂ ਜਿਹਦੇ ਲਈ ਮੋਟੀਵੇਸ਼ਨਲ ਟਾਕਸ। ਕੋਈ ਪੁੱਛੇ ਵੀ ਭਾਈ ਸਭ ਤੋਂ ਜ਼ਿਆਦਾ ਸਫਲਤਾ ਦੇ ਨਾਲ ਸੰਤੁਸ਼ਟੀ ਤੈਨੂੰ ਕਿਹਦੇ 'ਚ ਮਿਲਦੀ? ਹਾਂ, ਮੈਂ ਕਹਿੰਦਾ ਰਾਜਨੀਤੀ। ਕਿਉਂ? ਕਿਉਂਕਿ ਇਹ ਇੱਕ ਐਸੀ ਚੀਜ਼ ਹੈ ਜਿਹੜੀ ਸਮਾਜ ਦੇ ਜੀਵਨ ਨੂੰ, ਲੋਕਾਂ ਦੇ ਜੀਵਨ ਨੂੰ ਤਬਦੀਲ ਕਰ ਸਕਦੀ ਹੈ ਬਿਹਤਰੀ ਦੇ ਲਈ। ਇਟ ਕੈਨ ਚੇਂਜ ਪੀਪਲਸ ਲਾਈਵਸ, ਪਰ ਯੂ ਹੈਵ देयर ਲਾਈਵਸ। ਇਹਦੇ ਵਾਸਤੇ ਵੱਡਾ ਰੋਲ, ਪੋਲੀਟੀਕਲ ਕਮਿਟਮੈਂਟ ਚਾਹੀਦੀ ਹੈ, ਕਮਿਟਮੈਂਟ ਤੁਹਾਨੂੰ ਅੱਜ ਦੱਸਣਾ, ਪੋਜੀਸ਼ਨ ਵੀ ਚਾਹੀਦੀ ਹੈ, ਪੋਲੀਟੀਕਲ ਵਿਲ ਬਿਲਕੁਲ ਚਾਹੀਦੀ ਹੈ, ਪੋਜੀਸ਼ਨ ਚਾਹੀਦੀ ਹੈ, ਬਿਲਕੁਲ ਠੀਕ ਹੈ ਤੁਹਾਡੀ ਗੱਲ। ਔਰ ਜਦੋਂ ਤੁਹਾਨੂੰ ਮੈਂ ਦੱਸ ਦਿੰਦਾ, ਤੁਸੀਂ ਕਹਿੰਦੇ ਹੋ ਨਾ ਅੰਬੀਸ਼ਨ ਨਾਲ ਨਹੀਂ ਮਿਲਦੀ ਕਿਸੇ ਨੂੰ। ਮੈਨੂੰ ਇੱਕ ਗੱਲ ਦੱਸੋ, ਅੰਬੀਸ਼ਨ ਨਾਲ ਮਿਲੀ ਹੈ ਕਿਸੇ ਨੂੰ? ਨਹੀਂ। ਇਹ ਜਿਹਨੂੰ ਮਿਲਣੀ ਹੈ ਉਹਨੂੰ ਹੀ ਮਿਲਣੀ ਹੈ। ਜਿਹੜੇ ਕ੍ਰੈਡਿਟ ਲੈਣ ਨੂੰ ਫਿਰਦੇ ਆ ਨਾ, ਡਿਸਕ੍ਰੈਡਿਟ ਹੋ ਰਹੇ ਆ। ਇਹ ਨਹੀਂ ਫਿਰ ਮੇਰੀ ਮਾਂ ਪਿਓ ਯਾਦ ਆ ਜਾਂਦੇ, ਉਹ ਕਹਿੰਦੇ ਤੇਰਾ ਜਨਮ ਤੇਰੇ ਹੱਥ ਹੈ। ਮੇਰਾ ਬਾਪੂ ਕਹਿੰਦਾ ਨਹੀਂ, ਉਹ ਤੇਰੀ ਮੌਤ ਤੇਰੇ ਹੱਥ ਹੈ। ਕਿ ਨਹੀਂ, ਫਿਰ ਜਿਹੜਾ ਵਿੱਚ ਹੈ ਉਹ ਤੇਰੇ ਹੱਥ ਕਿਵੇਂ ਆ ਓਏ? ਲਾਈਫ ਇਜ਼ ਵਾਟ ਹੈਪਨਸ ਵੈਨ ਯੂ ਆਰ ਮੇਕਿੰਗ ਅਦਰ ਪਲਾਨਸ। ਇਹ ਮੈਂ ਪਲਾਨ ਬਣਾਇਆ ਸੀ ਪੋਲੀਟਿਕਸ ਦਾ। ਇਹ ਇੱਜ਼ਤ ਕਿੱਥੋਂ ਮਿਲੀ ਹੈ? ਕਿਉਂਕਿ ਆਪਣੇ ਫਰਜ਼ ਦੇ ਉੱਤੇ ਡਟੇ ਰਹੇ, ਕਦੇ ਛੱਡਿਆ ਨਹੀਂ ਫਰਜ਼, ਕਦੇ ਸੋਚਿਆ ਨਹੀਂ ਵੀ ਭਾਈ ਮੰਤਰੀ ਬਣਨਾ ਹੈ। ਜੇ ਉਹੀ ਬਣਨਾ ਹੁੰਦਾ ਭਾਜੀ ਤੇ ਫਿਰ ਕੀ ਹੈ? ਜਦੋਂ ਦੇਣਾ ਨਾ ਉਹਨੇ ਦੇ ਦੇਣਾ, ਬੂਹਾ ਖੜਕਾ ਕੇ ਦੇਣਾ। ਮੈਨੂੰ ਇੱਕ ਜਰਨਲਿਸਟ ਤੁਹਾਡੇ ਯਾਰ ਨੇ, ਉਹ ਬਾਵਾ ਜੀ, ਉਹ ਇੱਕ ਵਾਰ ਮੈਨੂੰ ਐਂਬੂਲਿਜ਼ਮ ਹੋ ਗਿਆ, ਮੈਂ ਇੱਕੋ ਵਾਰ ਹਸਪੀਟਲ ਗਿਆ, 2 ਹਫ਼ਤੇ 3 ਹਫ਼ਤੇ। ਮੈਨੂੰ ਮਿਲਣ ਆਏ, ਮੈਨੂੰ ਕਹਿੰਦੇ ਬੇਟਾ ਤੂੰ ਕੀ ਹਾਲ ਹੈ ਤੇਰਾ? ਤੂੰ ਬੜਾ ਵੱਡਾ, ਮੈਂ ਉਹਦੀ ਗੋਡੀ ਹੱਥ ਲਾਉਂਦਾ, ਉਹਦੇ ਵੀ ਜਿਸ ਤਰ੍ਹਾਂ ਭਰਜਾਈ ਦੇ ਲਾਣਾ, ਉਹਦੇ ਵੀ, ਉਹਨਾਂ ਦੇ ਘਰੇ ਜਾਂਦਾ। ਉਹਨੇ ਕਹਿੰਦਾ ਯਾਰ ਕੀ ਹੋਇਆ ਤੈਨੂੰ? ਮੈਂ ਕਿਹਾ ਭਾਜੀ ਮੈਂ ਬੜਾ ਦੁਖੀ ਹਾਂ, ਮੈਂ ਮਹੀਨਾ ਕੌਂਸਟੀਟਿਊਂਸੀ ਨਹੀਂ ਜਾ ਸਕਿਆ। ਉਹ ਕਹਿੰਦਾ ਸਿੱਧੂ ਸਾਹਿਬ ਤੈਨੂੰ ਲੱਗਦਾ ਤੇਰੇ ਬਿਨਾਂ ਜੀਵਨ ਖੜ ਜੂਗਾ? ਇਹੋ ਜਿਹੀ ਕੋਈ ਗੱਲ ਨਹੀਂ। ਕਹਿੰਦਾ ਸਰਦਾਰ ਮਨਮੋਹਨ ਸਿੰਘ ਦੀ ਫੋਟੋ ਤੇ MS ਗਿੱਲ ਸਾਹਿਬ ਦੀ ਫੋਟੋ ਆਪਣੀ ਜੇਬ 'ਚ ਪਾ ਕੇ ਰੱਖਿਆ ਕਰ। ਮੈਂ ਕਿਹਾ ਮੈਂ BJP 'ਚ, ਮੈਂ ਉਹਨਾਂ ਦੀ ਫੋਟੋ ਕਿਵੇਂ ਜੇਬ 'ਚ ਪਾ ਕੇ ਫਿਰਾਂ? ਕਹਿੰਦਾ ਕਿਸੇ ਦੋਨਾਂ 'ਚੋਂ ਕਿਸੇ ਨੇ ਕਾਰਪੋਰੇਸ਼ਨ ਦਾ ਇਲੈਕਸ਼ਨ ਨਹੀਂ ਲੜਿਆ, ਲੇਕਿਨ ਇੱਕ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਹੈ, ਦੂਜਾ ਹਿੰਦੁਸਤਾਨ ਦਾ ਸਪੋਰਟਸ ਮਿਨਿਸਟਰ ਹੈ। ਜਦੋਂ ਕੁਦਰਤ ਨੇ ਨੇਕ ਨੀਅਤ ਨੂੰ, ਅਮਲਾਂ ਨੂੰ ਨਿਬੇੜਨਾ ਹੁੰਦਾ ਹੈ ਤੇ ਉਹ ਬੂਹਾ ਖੜਕਾ ਕੇ ਤੁਹਾਨੂੰ ਯਸ਼ ਦੇ ਕੇ ਜਾਂਦੀ ਹੈ। ਕੁਦਰਤ ਤੁਹਾਡੇ ਪੈਰਾਂ ਦੇ ਵਿੱਚ ਮਾਨ ਸਨਮਾਨ ਨੂੰ ਰੋਲ ਦਿੰਦੀ ਹੈ। ਇਹ ਇੱਛਾ ਨਾਲ ਨਹੀਂ ਮਿਲਣਾ ਕਿਸੇ ਨੂੰ। ਤੇ ਸਭ ਤੋਂ ਵੱਧ ਦੁੱਖ ਕਦੋਂ ਹੁੰਦਾ? ਦੁਖੀ ਕਦੋਂ? ਮੈਂ ਦੁਖੀ ਉਦੋਂ ਹੁੰਦਾ ਜਦੋਂ ਕੋਈ ਪੰਜਾਬ ਦੀ ਨਿੰਦਿਆ ਕਰਦਾ ਹੈ। ਉਹ ਦਿਨ ਮੇਰੇ ਲਈ ਬਹੁਤ ਦੁਖੀ ਹੁੰਦਾ ਹੈ, ਕਿਉਂਕਿ ਮੈਨੂੰ ਐਂ ਲੱਗਦਾ ਕਿ ਕੁਰਲਾਉਂਦੀ ਹੈ ਰੂਹ ਕਿ ਇਹ ਸਾਡਾ ਵਿਰਸਾ ਬਹੁਤ ਵੱਡਾ ਹੈ। ਮੈਂ ਜਦੋਂ ਟੂਰਿਜ਼ਮ ਬਾਰੇ ਬੋਲਦਾ ਨਾ ਭਾਜੀ, ਤੇ ਮੈਂ ਉਹਨਾਂ ਨੂੰ ਕਹਿੰਦਾ ਵੀ ਆਰ ਅ ਬ੍ਰਾਂਡ। ਆਈ ਟਾਕ ਆਫ ਬ੍ਰਾਂਡ ਪੰਜਾਬ। ਵੀ ਆਰ ਹੇਅਰ ਟੂ ਗਿਵ ਯੂ। ਅਸੀਂ ਤੁਹਾਡੇ ਤੋਂ ਲੈਣ ਨਹੀਂ ਆਏ ਕੁਛ, ਯੂ ਨੋ। ਆਈ ਐਮ ਨਾਟ ਹੇਅਰ ਟੂ ਬੈਗ ਫॉर ਸਮਥਿੰਗ। We are the ones who gave the green revolution, the white revolution. We are the ones who sacrificed their lives. We are the shield and defended this great country. We are a brand, the brand of Maharaja Ranjit Singh, the philosophy of the great Guru Gobind Singh Padshah and the 10 Gurus. You cannot, ਉਹਨਾਂ ਨੂੰ ਤੁਸੀਂ ਸੈਪਰੇਟਲੀ ਨਹੀਂ ਦੇਖ ਸਕਦੇ, ਉਹ ਦਸੇ ਇੱਕ ਦੂਸਰੇ ਨਾਲ ਜੁੜੇ ਹੈ। ਸਮਝੇ ਮੇਰੀ ਗੱਲ? ਸੋ ਅਸੀਂ ਬ੍ਰਾਂਡ ਆ, ਅਸੀਂ ਉਹ ਚੀਜ਼ ਆ ਕਿ ਜਿਹੜੀ ਕੋਈ ਹੋਰ ਦੁਨੀਆ ਦੇ ਵਿੱਚ ਸੋਚ ਵੀ ਨਹੀਂ ਸਕਦਾ। ਚਲੋ ਆਪਾਂ ਇਹਨੂੰ ਕਨਕਲੂਡ ਕਰਦੇ ਹਾਂ। ਆਖਰ 'ਚ ਤੁਸੀਂ, ਕਿਉਂਕਿ ਇਸ ਪ੍ਰੋਗਰਾਮ ਨੂੰ ਦੁਨੀਆ ਭਰ ਦੇ ਖਾਸ ਕਰ ਅਮਰੀਕਾ ਕੈਨੇਡਾ ਦੇ NRIs ਨੇ संक्षेप ਚ ਉਹਨਾਂ ਵਾਸਤੇ कुछ संदेश। छोड़ो कल की बातें, कल की बात पुरानी, नए दौर में लिखेंगे हम मिलकर नई कहानी। छड्यो, nobody became a millionaire thinking about tomorrow. The past is a bucket full of ashes. और आशा भोसले कहती ना, आगे भी जाने ना तू, पीछे भी जाने ना तू, जो भी है बस यही एक पल है। जिदन वो दिन आया कि मैं उन्होंने ये कह सकिया कि भाजी कि पग नहीं रोलन दूंगा, मैं जरूर जाऊंगा उत्थे, लेकिन उदों तक मैं उत्थे जांदा डरदा। देखो ਅਸੀਂ ਇਹੀ ਤੇ ਦੁਆ ਕਰਦੇ ਆ ਵੀ ਉਹ ਦਿਨ ਆਵੇ। नहीं वो दिन देखो मेरी गल सुनो, वो दिन कल भी आ सकता है, वो दिन परसों भी आ सकता। कल नूं मैनूं CM साहब कहण भी बेटा NRIs का ध्यान तू रखना है, तो मैं कल नूं चल जाऊँ, लेकिन फिर मैं पिछे नहीं हटूँ, फिर मैं उन्हां दी किसी गल तो 1 इंच पिछे नहीं हटूँ। फिर सूरा सो पहचानिए जो लड़ा दीन के हेत, पुरजा पुरजा कट मरा कबू ना छाड़ा खेत। ये साडे गुरुआं ने कहा, ये पीरां पैगंबरां ने कहा।
ਵੇ ਸਿਰ ਧੜੀ ਦੇ ਉੱਤੇ ਲੈ ਕੇ ਚੱਲ, ਫੇਰ ਨਹੀਂ ਕੋਈ ਗੱਲ। ਬਹੁਤ ਮਿਹਰਬਾਨੀ, Thank you ਬੱਲੀ ਭਾਜੀ। ਖੁੱਲੀਆਂ ਗੱਲਾਂ ਕੀਤੀਆਂ। ਮੈਂ ਕਦੇ ਬੰਦ ਕਰਦਾ ਹੀ ਨਹੀਂ, ਮੇਰਾ ਬੰਦ ਪਟਾਰਾ ਹੈ ਨਹੀਂ, ਉਹਨਾਂ ਖੁੱਲਾ ਪਟਾਰਾ ਹੈ, ਠਾ ਉਹ ਯਾਰ ਦੱਸੋ ਮੈਂ ਕੁਝ ਸੋਚ ਕੇ ਬੋਲਦਾ? ਇੱਥੋਂ ਬੋਲੀ, ਇੱਥੋਂ ਦਿਲ ਸੇ ਜੋ ਬਾਤ ਨਿਕਲती है, दिल से जो बात निकलती है असर रखती है, पर नहीं ताकते परवाज असर रखती है। भी खंभ नहीं होंगे ਉਹਦੇ, पर फिर भी आसमान च लग जाती है गल ਜਿਹੜੀ ਇੱਥੋਂ ਨਿਕਲਦੀ ਹੈ, क्योंकि ਇੱਥੇ आत्मा है और दुनिया की सब तो वड्डी अदालत आत्मा है भाजी। मैं ਇਹਨੂੰ जवाब दी। बहुत मेहरबानी, बहुत शुक्रिया। ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ।